ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨਾ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਜਾਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨ ਨੰਗੇ ਨਾਸ਼ਕ ਬਿਗਨ ਨੰਗੇ ਨਾਸ਼ਕ ਗੁਰੂ ਹਰਗੋਬਿੰਦ ਸ਼ੁਭ ਮਤ ਪਰ ਪ੍ਰਕਾਸ਼ਕ ਸ਼ੁਭ ਮਤ ਪ੍ਰਕਾਸ਼ਕ ਗੁਰੂ ਹਰਿ ਰਾਏ ਨਮੋ ਕਰ ਚੋਰੀ ਨਮੋ ਕਰ ਚੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਵਿਸਾਲਾ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾਪੁਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਤਾ ਬੰਦੋਂ ਬਾਰ ਬਾਰ ਜਗਦੀਸ਼ ਬੰਦੋਂ ਬਾਰ ਬਾਰ ਜਗਦੀਸ਼। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਆਪ ਜੀ ਸ਼ਾਮ ਦੇ ਦੀਵਾਨਾਂ ਦੇ ਅੰਦਰ ਕਥਾ ਵਿੱਚ ਹਾਜ਼ਰੀ ਭਰ ਰਹੇ ਹੋ। ਕੱਲ੍ਹ ਤਾਈਂ ਆਪਾਂ ਇਹ ਪ੍ਰਸੰਗ ਸ਼ਰਵਣ ਕੀਤਾ ਸੀ, ਭਾਈ ਸਾਵਨਮਲ ਜੀ ਹਰੀਪੁਰ ਦੇ ਰਾਜੇ ਦੇ ਪੁੱਤਰ ਨੂੰ ਜਿਵਾਉਂਦੇ ਨੇ ਜੋ ਕਿ ਮਰ ਚੁੱਕਾ ਹੈ। ਸਾਰੇ ਸ਼ਹਿਰ ਦੇ ਵਿੱਚ ਪਹਿਲਾਂ ਸ਼ੋਕ ਹੋ ਰਿਹਾ ਸੀ, ਹੁਣ ਸਾਰੇ ਹੱਸ ਰਹੇ ਨੇ, ਗਾ ਰਹੇ ਹਨ। ਆਓ ਹੁਣ ਜਿਵੇਂ ਅੱਗੇ ਕਥਾ ਚੱਲਦੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਸ੍ਰੀ ਗੁਰੂ ਮਹਾਰਾਜ ਜੀ ਵੱਲੋਂ ਬਖਸ਼ੇ ਹੋਏ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੋਏ ਕਥਾ ਨੂੰ ਅੱਗੇ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। शिव का पर चढ़ाए तह जाए सुंदर मंदिर अंदर थान। ਭਾਈ ਸਾਵਣਮਲ ਜੀ ਨੇ ਰਾਜੇ ਦੇ ਮਰੇ ਹੋਏ ਪੁੱਤਰ ਨੂੰ ਜਿਵਾਇਆ। ਉਹ ਹੁਣ ਪਾਲਕੀ ਦੇ ਵਿੱਚ, ਕਿਉਂਕਿ ਜਿਹਨੂੰ ਜਿਸ ਤੋਂ ਕੁਝ ਪ੍ਰਾਪਤ ਹੁੰਦਾ ਹੈ ਉਹਦੀ ਇੱਜ਼ਤ ਬੇਨਤੀ ਸਤਿਕਾਰ ਸਭ ਕੁਝ ਉਹ ਕਰਦਾ ਹੈ। ਉਹਨਾਂ ਨੂੰ ਪਾਲਕੀ ਵਿੱਚ ਬਹਾਇਆ, ਪਾਲਕੀ ਦੇ ਵਿੱਚ ਬਿਠਾਲ ਕੇ ਲਿਆ ਕੇ ਇੱਕ ਸੁੰਦਰ ਘਰ ਸੁੰਦਰ ਮਹਿਲ ਦੇ ਵਿੱਚ ਉਹਨਾਂ ਨੂੰ ਬਿਠਾਇਆ ਹੈ। सादर डेरे को करवायो खान पान सब दीनस आन। बड़े आदर ਦੇ ਨਾਲ ਸਤਿਕਾਰ ਨਾਲ ਉਹਨਾਂ ਨੂੰ ਘਰ ਦੇ ਵਿੱਚ ਬਹਾਇਆ, ਘਰ ਦੇ ਵਿੱਚ ਬਿਠਾ ਕੇ ਪਿਆਰ ਦੇ ਨਾਲ ਖਾਣ ਪੀਣ ਦੀਆਂ ਵਸਤੂਆਂ ਉਹਨਾਂ ਦੇ ਸਾਹਮਣੇ ਲਿਆਂਦੀਆਂ ਹਨ। ਬਹੁਤ ਮੋਲ ਕੋ ਪਲਕ ਡਸਾਇਓ ਆਏ ਸਭਨ ਕੇ ਬੰਧਨ ਠਾਨ। ਬੜੇ ਮਹਿੰਗੇ ਮੁੱਲ ਦਾ ਪਲੰਘ ਉਹਨਾਂ ਦੇ ਥੱਲੇ ਵਿਛਾਇਆ। ਜਿੰਨੇ ਵੀ ਪਿੰਡ ਦੇ ਨਰ ਨਾਰੀਆਂ ਨੇ
ਸਾਰੇ ਆ ਕੇ ਉਹਨਾਂ ਦੀ ਬੜੀ ਇੱਜ਼ਤ ਕਰਦੇ ਨੇ, ਬੜਾ ਸਤਿਕਾਰ ਕਰਦੇ ਹਨ। ਜਰੀ ਤਾਰ ਦੂਫੈ ਜਿਸ ਲਟਕਤ ਉਪਰ ਰੁਚਰ ਚੰਦੋਆ ਤਾਨ। ਉਹਨਾਂ ਦੇ ਉੱਤੇ ਜਿਹੜਾ ਜਗੀਰਦਾਰ ਕਹਿੰਦੇ ਇਹ ਸਮਝਿਆ ਜਾਂਦਾ ਹੈ, ਬੜੇ ਬੰਧਨਾ ਕੀਤੀ, ਉਹਨਾਂ ਦੇ ਉੱਤੇ ਇੱਕ ਸੁੰਦਰ ਚੰਦੋਆ ਤਾਣ ਦਿੱਤਾ ਗਿਆ। ਸ਼੍ਰੀ ਗੁਰੂ ਭਾਈ ਸਾਮਣ ਮਲ ਜੀ ਨੂੰ ਉੱਥੇ ਬਿਠਾਇਆ ਗਿਆ ਹੈ। ਇਤਿਆ ਦੇਖ ਸੁਰਖਾ ਕੀਨਸ ਮਹਿਮਾ ਪਿਕ ਸਗਰੇ ਬਿਸਮਾਦ। ਇਸ ਤਰ੍ਹਾਂ ਦੀ ਇਸ ਤਰੀਕੇ ਨਾਲ ਉਹਨਾਂ ਦੀ ਬੜੇ ਤਰੀਕੇ ਨਾਲ ਸੇਵਾ ਕੀਤੀ, ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਘਰ ਦੇ ਵਿੱਚ ਬਿਠਾਇਆ ਗਿਆ ਹੈ। ਗੁਰ ਸਮਰੱਥ ਮਹਾ ਸਭ ਰੀਤਨ ਨ੍ਰਿਪ ਸੁਤ ਮ੍ਰਿਤ ਕੋ ਦੀਨ ਜਵਾਏ। ਕਿਉਂਕਿ ਉਹਨਾਂ ਨੇ ਅਜ਼ਮਤ ਵਿਖਾਈ, ਸ਼ਕਤੀ ਵਿਖਾਈ। ਹੁਣ ਸਾਰੇ ਇਹ ਸਮਝਦੇ ਨੇ ਇਹ ਬੜੇ ਸਮਰੱਥ ਨੇ। ਸਾਧ ਸੰਗਤ ਜੀ, ਹੁਣ ਉਹ ਦੱਸ ਰਹੇ ਸਨ ਅੱਜ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਵਿਆਹ ਦੀ ਰਸਮ ਹੋਈ। ਉਹ ਆਪਣੇ ਨੇੜੇ ਹੀ ਅੰਬਾਲੇ ਦੇ ਨੇੜੇ ਗੁਰਦੁਆਰਾ ਲਖਨੌਰ ਸਾਹਿਬ ਹੈ। ਮਾਤਾ ਗੁਜਰੀ ਜੀ ਅੰਬਾਲੇ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੋਂ ਆਏ, ਉਦੋਂ ਵੀ ਆ ਕੇ ਮਹਾਰਾਜ ਬੜਾ ਚਿਰ ਲਖਨੌਰ ਸਾਹਿਬ ਦੀ ਧਰਤੀ 'ਤੇ ਰਹੇ। ਸੋ ਆਪ ਜੀ ਦੇ ਸਾਹਮਣੇ ਅਸੀਂ ਬਿਆਨ ਕਰ ਰਹੇ ਹਾਂ, ਕਹਿੰਦੇ ਬੜੇ ਸਾਰਾ ਪਿੰਡ ਇਹ ਸਮਝਦਾ ਹੈ ਵੀ ਇਹ ਬੜੇ ਸਮਰੱਥ ਨੇ। ਕਿਉਂਕਿ ਜਿਹੜੇ ਲੋਕ ਹਨ, ਜਿਹੜੀ ਦੁਨੀਆ ਹੈ, ਜਦੋਂ ਕਿਸੇ ਤੋਂ ਕਿਸੇ ਨੂੰ ਕੁਝ ਪ੍ਰਾਪਤ ਹੁੰਦਾ ਹੈ, ਉਹਦੀ ਨਾਲੋਂ ਨਾਲ ਹੀ ਉਹ ਇੱਜ਼ਤ ਕਰਨੀ ਸ਼ੁਰੂ ਕਰ ਦਿੰਦੇ ਨੇ। ਔਰ ਜਿਹੜੇ ਅਜ਼ਮਤ, ਜਿਹੜੇ ਕਰਾਮਾਤਾਂ ਵਿਖਾਉਂਦੇ ਹਨ, ਉਹਨਾਂ ਦੀ ਇੱਜ਼ਤ ਹੋਰ ਵੀ ਦੁੱਗਣੀ ਹੋ ਜਾਂਦੀ ਹੈ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਰਾਮਾਤਾਂ ਵਿਖਾਉਂਦੇ ਹੀ ਹਨ। ਉਹ ਕੱਲ੍ਹ ਵੀ ਬੇਨਤੀ ਕੀਤੀ ਹੈ, ਜੋ ਨਾਮ ਜਪਦਾ ਹੈ ਉਹਦੇ ਕੋਲ ਬੜੀਆਂ ਕਰਾਮਾਤਾਂ ਵੈਸੇ ਹੀ ਆ ਜਾਂਦੀਆਂ ਨੇ। ਉਹਦੇ ਕੋਲ ਨਾ ਧਨ ਦੀ ਕਮੀ ਰਹਿੰਦੀ ਹੈ ਜੇ ਉਹ ਚਾਹੇ ਤੇ, ਬਾਕੀ ਤੇ ਉਹਦੀ ਮਰਜ਼ੀ ਹੈ। ਜੇ ਉਹ ਚਾਹੇ ਤੇ ਧਨ ਦੀ ਵੀ ਕਮੀ ਨਹੀਂ ਹੋਏਗੀ। ਰਿੱਧੀਆਂ ਸਿੱਧੀਆਂ ਇਹ ਸਭ ਉਹਦੇ ਕੋਲ ਬੜੀਆਂ ਹੋਣਗੀਆਂ, ਕਿਉਂਕਿ ਪਰਮੇਸ਼ਰ ਦੇ ਨਾਂ ਦੀਆਂ ਆਪਣੀਆਂ ਮੰਜ਼ਿਲਾਂ ਨੇ। ਜਿਉਂ-ਜਿਉਂ ਮਨੁੱਖ ਪਰਮੇਸ਼ਰ ਦਾ ਨਾਮ ਜਪਦਾ ਹੈ, ਦਿਨ ਪ੍ਰਤੀ ਦਿਨ ਉਹਦੀ ਅਧਿਆਤਮਿਕ ਤਰੱਕੀ ਹੁੰਦੀ ਹੈ। ਕਿਉਂਕਿ ਬਾਹਰੀ ਤਰੱਕੀ ਜਿੰਨੀ ਵੀ ਖੜੀ ਹੋਈ ਹੈ, ਜਿੰਨਾ ਮਨੁੱਖ ਬਾਹਰੀ ਤੌਰ ਤੇ ਪੜ੍ਹਿਆ ਲਿਖਿਆ ਹੋਏਗਾ, ਇਹ ਮੰਨਿਆ ਜਾਂਦਾ ਹੈ, ਜਿੰਨਾ ਜ਼ਿਆਦਾ ਪੜ੍ਹਿਆ ਲਿਖਿਆ ਹੋਏ ਉਨੀ ਜ਼ਿਆਦਾ ਉਹਦੀ ਤਰੱਕੀ ਹੈ ਬਾਹਰੀ ਲੈਵਲ ਤੇ। ਪਰ ਮਹਾਰਾਜ ਕਹਿੰਦੇ ਨੇ ਜਿਹੜੀ ਅੰਦਰ ਦੀ ਤਰੱਕੀ ਹੈ ਉਹ ਸਾਰੀ ਦੀ ਸਾਰੀ ਖੜੀ ਹੈ ਰੱਬ ਦੇ ਨਾਂ ਤੇ। ਮਨੁੱਖ ਦੇ ਅੰਦਰ ਬਦਲਾਅ ਜਿੰਨਾ ਵੀ ਆਉਣਾ ਹੈ ਉਹ ਰੱਬ ਦੇ ਨਾਂ ਨਾਲ ਆਉਣਾ। ਕਈ ਵਾਰੀ ਜ਼ਿੰਦਗੀ ਬੜੀ ਵੱਡੀ ਹੋ ਜਾਂਦੀ ਹੈ, ਸਰੀਰ ਬੜਾ ਵੱਡਾ ਹੋ ਜਾਂਦਾ ਹੈ, ਜਵਾਨੀ, ਬਾਲਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ। ਪਰ ਬੁਢੇਪੇ ਤੇ ਵੀ ਆਉਂਦਿਆਂ ਆਉਂਦਿਆਂ ਮਨੁੱਖ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਉਹਦੀ ਕਿਵੇਂ ਲੰਘ ਜਾਂਦੀ ਹੈ, ਕਿਉਂਕਿ ਉਹਦੀ ਅੰਦਰ ਦੀ ਤਰੱਕੀ ਨਹੀਂ ਹੋਈ। ਬਾਹਰੋਂ ਭਾਵੇਂ ਬੜੀ ਤਰੱਕੀ ਹੋ ਗਈ, ਖਾਣਾ ਪੀਣਾ ਮਿਲ ਗਿਆ, ਘਰ ਮਿਲ ਗਿਆ, ਪਰਿਵਾਰ ਮਿਲ ਗਿਆ, ਮੋਟਰਾਂ ਮਿਲ ਗਈਆਂ, ਸਭ ਕੁਝ ਮਿਲ ਗਿਆ ਬਾਹਰੋਂ, ਪਰ ਅੰਦਰ ਨਹੀਂ ਰੱਜਾ। ਅੰਦਰ ਫਿਰ ਵੀ ਭੁੱਖਾ ਹੀ ਰਹਿ ਜਾਂਦਾ। ਇਸ ਕਰਕੇ ਮਹਾਰਾਜ ਨੇ ਕਿਹਾ ਜੇ ਅੰਦਰ ਦੀ ਤਰੱਕੀ ਲੈਣੀ ਹੈ, ਉਹਦੇ ਵਾਸਤੇ ਇਹ ਨਹੀਂ ਕੋਈ ਬਹੁਤਾ ਪੜ੍ਹਿਆ ਲਿਖਿਆ ਹੋਣ ਦੀ ਜ਼ਰੂਰਤ ਹੈ। ਇਹ ਜ਼ਰੂਰੀ ਨਹੀਂ ਉਹਨੂੰ ਗੁਰਬਾਣੀ ਵੀ ਆਉਂਦੀ ਹੋਏ। ਮਹਾਰਾਜ ਤੇ ਇੱਥੋਂ ਵੀ ਕਹਿੰਦੇ ਨੇ ਇਹ ਜ਼ਰੂਰੀ ਨਹੀਂ ਹੈ। ਪਰ ਮਹਾਰਾਜ ਨੇ ਇਹ ਵੀ ਕਿਹਾ ਬੜੇ ਲੋਕ ਵੇਦਾਂ ਸ਼ਾਸਤਰਾਂ ਨੂੰ ਜਾਣਦੇ ਵੀ ਨੇ, ਉਹਦੀ ਵਿਚਾਰ ਵੀ ਕਰਦੇ ਨੇ, ਉਹ ਵਿਚਾਰ ਕਰਕੇ ਵੀ ਭੁੱਖੇ ਰਹਿ ਜਾਂਦੇ ਨੇ, ਵਿਚਾਰ ਕਰਕੇ ਵੀ ਤ੍ਰਿਸ਼ਨਾਲੂ, ਵਿਚਾਰ ਕਰਕੇ ਵੀ ਖਰਾਲੂ। ਇਹ ਨਹੀਂ ਗੁਰਬਾਣੀ ਪੜ੍ਹ ਵੀ ਲਈ, ਸਮਝ ਵੀ ਲਈ, ਸਮਝ ਕੇ ਵੀ ਈਰਖਾ ਨਹੀਂ ਗਈ। ਕਿਉਂ? ਜਿੰਨੀ ਸਮਝ ਲਈ ਹੈ ਉਹ ਸਮਝ ਦਾ ਵੀ ਹੰਕਾਰ ਹੈ। ਜੋ ਕੁਝ ਪੜ੍ਹਿਆ ਹੈ ਉਹਦੇ ਪੜ੍ਹੇ ਦਾ ਵੀ ਹੰਕਾਰ ਹੋ ਗਿਆ। ਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ। ਇਹ ਨਹੀਂ ਪੜ੍ਹਿਆ ਹੀ ਹੋਏ, ਅਨਪੜ੍ਹਿਆ ਵੀ। ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਭਾਵੇਂ ਉਹ ਪੜ੍ਹਿਆ ਨਹੀਂ ਫਿਰ ਵੀ ਪਰਮਗਤੀ ਨਹੀਂ। ਇਹਨੂੰ ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਜੀ ਨੇ ਲਿਖਿਆ, ਕਹਿੰਦੇ ਕਈ ਵਾਰੀ ਮਨੁੱਖ ਨਾਮ ਹੀ ਜਪਦਾ ਰਹੇ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ,
कहो कबीर संसा नहीं अंत परम गत पाए। परम गति ਨੂੰ ਪ੍ਰਾਪਤ ਹੋ ਜਾਏਗਾ। क्योंकि ਜਿਹੜੀ अंदर ਦੀ तरक्की खड़ी है ये सिमरन ਤੇ खड़ी है, जप ਤੇ खड़ी है। ਜਿਉਂ ਜਿਉਂ ਮਨੁੱਖ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕੋਈ ਅੱਲਾ ਅੱਲਾ ਕਰੀ ਜਾਂਦਾ ਹੈ, ਪਰ ਸਾਧ ਸੰਗਤ ਕਈ ਵਾਰੀ ਮਨੁੱਖ ਨੂੰ ਸੋਝੀ ਛੋਟੀ ਉਮਰ 'ਚ ਹੀ ਆ ਜਾਂਦੀ ਹੈ। ਕਈ ਵਾਰੀ ਗੁਰਬਾਣੀ ਕਹਿੰਦੀ ਹੈ ਬਜ਼ੁਰਗ ਹੋ ਕੇ ਵੀ ਨਹੀਂ ਆਉਂਦੀ। ਸਰੀਰ ਦਾ ਬਜ਼ੁਰਗ ਹੋ ਜਾਣਾ, ਮਨ ਦਾ ਬਜ਼ੁਰਗ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸੀਂ ਜਦੋਂ ਮਾਝ ਰਾਗ ਪੜ੍ਹਦੇ ਹਾਂ ਜਾਂ ਉਸ ਤੋਂ ਪਹਿਲਾਂ ਹੀ ਗੁਰਬਾਣੀ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਵੀ ਮਹਾਰਾਜ ਨੇ ਪਹਿਰਾਂ ਦਾ ਜ਼ਿਕਰ ਕੀਤਾ। ਪਹਿਰੇ ਜ਼ਿੰਦਗੀ ਨੂੰ 4 ਪਹਿਰਾਂ ਵਿੱਚ ਵੰਡਿਆ। ਜਿਹੜੇ ਲੋਕ 20 ਕੁ ਸਾਲ ਦੇ ਹੋ ਗਏ ਨੇ, ਉਹਦੇ ਵਿੱਚ ਰਾਤ ਬੱਚਿਆਂ ਨੂੰ ਆਪਾਂ ਇੱਥੇ ਸੰਥਿਆ ਕਰਾ ਰਹੇ ਸੀ, ਦੂਜੇ ਪਹਿਰ ਦੀ ਗੱਲ ਚੱਲ ਰਹੀ ਸੀ। ਬੱਚੇ ਕਹਿੰਦੇ ਪਹਿਰ ਤਾਂ ਮੈਂ ਹੁਣ ਤੁਹਾਡਾ ਦੂਜਾ ਪਹਿਰ ਚੱਲ ਰਿਹਾ ਹੈ। ਦੂਜੇ ਪਹਿਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਮਨੁੱਖ ਦਾ ਧਿਆਨ ਜਾਂ ਤੇ ਕਾਮ 'ਚ ਰਹਿੰਦਾ ਹੈ ਜਾਂ ਧਨ 'ਚ ਰਹਿੰਦਾ ਹੈ। ਇੱਥੇ ਰਹਿੰਦਾ ਉਹਦਾ ਧਿਆਨ। ਜਦੋਂ ਮਨੁੱਖ ਬਜ਼ੁਰਗ ਹੋ ਜਾਂਦਾ ਹੈ, ਬਾਣੀ ਇਹ ਕਹਿੰਦੀ ਹੈ ਹੰਕਾਰੀ ਜ਼ਿਆਦਾ ਹੋ ਜਾਂਦਾ ਹੈ। ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹੰਮੇਵ। ਹੰਕਾਰੀ ਮਹਾਰਾਜ ਚੌਥੇ ਪਹਿਰ 'ਚ ਜਾ ਕੇ ਉਹਨੂੰ ਮੁੜਨਾ ਚਾਹੀਦਾ ਕਿ ਨਹੀਂ। ਹੰਕਾਰ ਕਾਹਦਾ? ਮੈਂ ਵੱਡਾ ਸਾਰਿਆਂ 'ਚੋਂ, ਮੈਂ ਜ਼ਿੰਦਗੀ ਨੂੰ ਬਿਹਤਰ ਜਾਣਦਾ। ਔਰ ਜਦੋਂ ਉਹਦਾ ਹੰਕਾਰ ਪੂਰਤੀ ਹੀ ਨਹੀਂ ਹੁੰਦੀ, ਉਹ ਫਿਰ ਝੂਰਦਾ ਆਪਣੇ ਅੰਦਰ, ਫਿਰ ਅੰਦਰ ਹੀ ਅੰਦਰ ਖਿੱਚਦਾ। ਕਹਿ ਤੇ ਕੁਛ ਸਕਦਾ ਨਹੀਂ, ਖਿੱਚਦਾ ਅੰਦਰ ਹੀ ਅੰਦਰ। ਸਾਰਾ ਦਿਨ ਬੇਸ਼ਤਰ ਲੋਕ ਵੱਡੀ ਉਮਰ ਦੇ ਜਾ ਕੇ ਕ੍ਰੋਧੀ ਹੋਣ ਦਾ ਕਾਰਨ ਇਹ ਹੈ ਕਿਉਂਕਿ ਹੰਕਾਰੀ ਹੋ ਜਾਂਦੇ ਨੇ। ਗੁਰਬਾਣੀ ਮਹਾਰਾਜ ਕਹਿੰਦੀ ਹੈ ਕਈ ਵਾਰੀ ਮਨੁੱਖ ਛੋਟੀ ਉਮਰ ਦੇ ਵਿੱਚ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਜਾਂਦਾ ਹੈ। ਔਰ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਨਾਮ ਜਪਣ ਦਾ ਤਰੀਕਾ ਵੀ ਛੋਟੀ ਉਮਰ ਵਾਲਿਆਂ ਤੋਂ ਹੀ ਲਿਆ ਹੈ। ਕਹਿੰਦੇ ਜੇ ਨਾਮ ਜਪਣਾ ਸਿੱਖਣਾ ਹੈ ਨਾ, ਫਿਰ ਉਹਨਾਂ ਤੋਂ ਸਿੱਖੋ। ਕਿੰਨੇ? ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਮਹਾਰਾਜ ਨੇ ਭਗਤ ਧਰੂ ਦੀ ਉਮਰ ਦਾ ਵੀ ਜ਼ਿਕਰ ਕੀਤਾ ਹੈ। 5 ਵਰਖ ਗੁਰੂ ਮਹਾਰਾਜ ਨੇ ਧਰੂ ਬਾਲਕ ਦੀ ਉਮਰ 5 ਵਰਸ਼ ਦੀ ਲਿਖੀ ਹੈ। ਹੁਣ 5 ਵਰਸ਼ ਦੇ ਬੱਚੇ ਤੋਂ ਇੱਕ ਬਜ਼ੁਰਗ ਨੂੰ ਸਿੱਖਿਆ ਦੇ ਰਹੇ ਨੇ, ਤੂੰ ਨਾਮ ਜਪਣਾ ਸਿੱਖਣਾ ਤੇ ਧਰੂ ਤੋਂ ਸਿੱਖ। ਧਰੂ ਨੇ ਕਿਵੇਂ ਨਾਮ ਜਪਿਆ ਮਹਾਰਾਜ ਗੁਰਬਾਣੀ ਵਿੱਚ ਹੀ ਦੱਸਦੇ ਨੇ। ਕਹਿੰਦੇ ਜਿਹੜਾ ਧਰੂ ਬਾਲਕ ਹੈ ਉਹਦੀ ਮਾਤਾ ਆਪਣੇ ਪਿਤਾ ਦੀ ਕੁੱਛੜ ਦੇ ਵਿੱਚ ਉਹ ਬੈਠਾ ਹੋਇਆ ਸੀ, ਪਰ ਨਾਲ ਮਤਰੇਈ ਮਾਂ ਸੀ। ਉਹਨੇ ਆ ਕੇ ਬਾਂਹ ਤੋਂ ਫੜਿਆ, ਕਹਿੰਦੇ ਚਲਾ ਜਾ ਇੱਥੋਂ। ਰੋਂਦਾ ਰੋਂਦਾ ਆਇਆ, ਆਪਣੀ ਮਾਂ ਨੂੰ ਪੁੱਛਦਾ, ਮਾਂ ਤੂੰ ਰਾਜੇ ਦੀ ਰਾਣੀ ਨਹੀਂ ਹੈ? ਉਹਦੀ ਮਾਂ ਕਹਿੰਦੀ ਵੇਖੋ, ਮਾਂ ਕਈ ਵਾਰੀ ਮਨੁੱਖ ਨੂੰ ਚਾਹੇ ਤੇ ਬੜਾ ਵੱਡਾ ਬਣਾ ਸਕਦੀ ਹੈ, ਤੇ ਮਾਂ ਚਾਹੇ ਤੇ ਮਨੁੱਖ ਨੂੰ ਗਿਰਾ ਵੀ ਸਕਦੀ ਹੈ। ਦੋਵੇਂ ਚੀਜ਼ਾਂ ਨੇ ਮਾਂ ਕੋਲ। ਹੁਣ ਉਹਦੀ ਮਾਂ ਵੇਖੋ ਕੀ ਕਹਿੰਦੇ, ਬੇਟਾ ਮੈਂ ਰਾਣੀ ਤੇ ਉਸ ਰਾਜੇ ਦੀ ਹਾਂ, ਪਰ ਮੇਰੇ ਵਿੱਚ ਇੱਕ ਕਮੀ ਹੈ ਕਿ ਮੈਂ ਰੱਬ ਦਾ ਨਾਂ ਨਹੀਂ ਜਪਿਆ। ਮੈਨੂੰ ਸਤਿਕਾਰ ਨਹੀਂ ਮਿਲ ਰਿਹਾ, ਮੈਨੂੰ ਇੱਜ਼ਤ ਨਹੀਂ ਮਿਲ ਰਹੀ। ਇਹਦਾ ਇੱਕ ਹੀ ਕਾਰਨ ਹੈ, ਮੈਂ ਰੱਬ ਦਾ ਨਾਂ ਨਹੀਂ ਜਪਿਆ। ਫਿਰ ਆਪਣੀ ਮਾਂ ਨੂੰ ਧਰੂ ਬਾਲਕ ਨੇ ਸਵਾਲ ਕੀਤਾ। ਮਾਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਕਿਸ ਕਾਰਨ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਫਿਰ ਮੈਨੂੰ ਉਹ ਤਰੀਕਾ ਦੱਸ ਜਿਹੜੇ ਤਰੀਕੇ ਦੇ ਨਾਲ ਰਾਜ ਮਿਲਦੇ ਨੇ, ਸ਼ਤਰੂ ਮਿੱਤਰ ਬਣ ਜਾਂਦੇ ਨੇ। ਹੁਣ ਮਾਂ ਨੇ ਕਿਹਾ, ਬੇਟਾ ਪਰਮੇਸ਼ਰ ਦੀ ਆਰਾਧਨਾ ਕਰ। ਪਰਮੇਸ਼ਰ ਦੀ ਆਰਾਧਨਾ ਕਰਦਿਆਂ ਕਰਦਿਆਂ ਸਾਰੇ ਸ਼ਤਰੂ ਹੀ ਮਿੱਤਰ ਬਣ ਜਾਂਦੇ। ਰੱਬ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ, ਗੁਰੂ ਦਾ ਨਾਮ ਜਪਦਿਆਂ ਜਪਦਿਆਂ ਬਾਣੀ ਕਹਿੰਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਨੂੰ ਭਾਈ। ਅੰਦਰ ਸ਼ਾਂਤੀ ਆ ਗਈ। ਕਹਿੰਦੇ ਠੀਕ ਹੈ ਮਾਂ, ਹੁਣ ਮੈਂ ਨਾਮ ਜਪਾਂਗਾ। ਧਰੂ ਤੁਰਿਆ ਜੰਗਲ ਵੱਲ ਨੂੰ। ਅੱਗੇ ਨਾਰਦ ਮੁਨੀ ਮਿਲ ਗਿਆ। ਨਾਰਦ ਮੁਨੀ ਕਹਿੰਦਾ ਹੈ, ਕਿੱਥੇ ਚੱਲਿਆ ਬਾਲਕ? ਕਹਿੰਦੇ ਤੈਨੂੰ ਪਤਾ ਹੈ ਤੂੰ ਜੰਗਲ ਵੱਲ ਜਾ ਰਹੇ ਹੈ, ਤੇ ਜੰਗਲ ਵਿੱਚ ਤੇ ਵੱਡੇ ਵੱਡੇ ਜਾਨਵਰ ਨੇ, ਤੂੰ ਛੋਟਾ ਜਿਹਾ ਬੱਚਾ ਹੈ, ਤੂੰ ਆਪਣਾ ਸਰਵਾਈਵ ਕਿਵੇਂ ਕਰੇਗਾ, ਕਿਵੇਂ ਬਚੇਗਾ ਉੱਥੇ? ਕਹਿੰਦੇ ਮੈਂ ਤਪ ਕਰਨਾ ਹੈ, ਜਪ ਕਰਨਾ ਹੈ, ਰਾਜ ਲੈਣਾ ਹੈ। ਕਹਿੰਦੇ ਚੱਲ ਗੱਲ ਸੁਣ, ਤੈਨੂੰ ਅੱਧਾ ਰਾਜ ਮੈਂ ਦਵਾ ਦਿੰਦਾ।
ਤੇਰੇ ਪਿਤਾ ਨਾਲ ਗੱਲ ਕਰਾਂਗਾ ਵੀ ਬੱਚੇ ਨੂੰ ਕਿਉਂ ਘੱਲਦਾ ਜੰਗਲ ਵਿੱਚ, ਅੱਧਾ ਦੇ ਦੇ ਇਹਨੂੰ। ਧਰੂ ਅੱਗੋਂ ਹੱਸਦਾ ਹੈ, ਕਹਿੰਦਾ ਹਜੇ ਨਾਮ ਜਪਣ ਦੀ ਸੋਚੀ ਹੈ, ਅੱਧਾ ਤੇ ਮਿਲ ਗਿਆ। ਅਜੇ ਤਾਂ ਸੋਚਿਆ ਹੀ ਹੈ, ਹਜੇ ਮੈਂ ਜਪਿਆ ਨਹੀਂ ਹੈ, ਹਜੇ ਸਿਰਫ ਸੋਚਿਆ ਹੀ ਹੈ। ਸਾਧ ਸੰਗਤ, ਕੱਲ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ, ਕਈ ਵਾਰੀ ਚੰਗਾ ਸੰਕਲਪ ਮਨੁੱਖ ਮਨ ਵਿੱਚ ਕਰਦਾ ਹੀ ਹੈ, ਉਹਦਾ ਫਲ ਉਹਨੂੰ ਉਦੋਂ ਮਿਲ ਜਾਂਦਾ, ਉਦੋਂ ਹੀ। ਮਨ ਵਿੱਚ ਤੇ ਹੈ ਨਾ ਕਰਨਾ ਹੈ, ਮਨ ਵਿੱਚ ਤੇ ਹੈ ਸੇਵਾ ਕਰਨੀ ਹੈ, ਸਮਾਂ ਨਹੀਂ ਲੱਗਿਆ। ਬੇਨਤੀ ਤੇ ਹੋ ਸਕਦੀ, ਰੱਬਾ ਮੈਂ ਕਰਨੀ ਚਾਹੁੰਦਾ ਪਰ ਮੇਰੇ ਰਜੇਵੇਂ ਇੰਨੇ ਨੇ, ਮੈਂ ਨਾਮ ਜਪ ਹੀ ਨਹੀਂ ਸਕਦਾ। ਵਾਹਿਗੁਰੂ ਜੀ ਤੇਰੇ ਦਰ ਤੇ ਆਉਣਾ ਤੇ ਚਾਹੁੰਦਾ, ਮੇਰੇ ਤੇ ਕਿਰਪਾ ਕਰ, ਮੇਰੇ ਰਜੇਵਿਆਂ ਨੂੰ ਖਤਮ ਕਰ। ਉਹ ਤੇ ਫਿਰ ਘੱਟੋ ਘੱਟ ਅੰਦਰ ਮਨ 'ਚ ਆਇਆ ਤੇ ਸਹੀ ਨਾ। ਕਹਿੰਦੇ ਅੱਧਾ ਤੇ ਮਿਲ ਗਿਆ, ਹੁਣ ਸਾਰਾ ਹੀ ਲਾਂਗਾ। ਗਿਆ ਜੰਗਲ, ਸਾਰਾ ਰਾਜ ਲਿਆ। ਇਸ ਕਰਕੇ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਨੇ, ਕਹਿੰਦੇ ਜਿਉਂ-ਜਿਉਂ ਮਨੁੱਖ ਨਾਮ ਜਪਦਾ ਹੈ ਉਹਦੇ ਕੋਲ ਸਾਰੀਆਂ ਸ਼ਕਤੀਆਂ ਆ ਜਾਂਦੀਆਂ ਨੇ, ਉਹ ਸਮਰੱਥ ਹੋ ਜਾਂਦਾ ਹੈ ਸਾਰੀਆਂ ਚੀਜ਼ਾਂ ਦੇ। ਹੁਣ ਉਹ ਵੱਖਰੀ ਗੱਲ ਹੈ, ਕੋਈ ਤੇ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨ ਲੈਂਦਾ ਹੈ, ਕੋਈ ਨਹੀਂ ਮੰਨਦਾ। ਬੜੇ ਲੋਕ ਵੱਡੀਆਂ ਵੱਡੀਆਂ ਕਾਲਜਾਂ ਦੇ ਵਿੱਚ ਪੜ੍ਹਦੇ ਹੋਏ ਵੀ ਫੇਲ ਰਹਿ ਜਾਂਦੇ ਨੇ ਜ਼ਿੰਦਗੀ 'ਚ। ਕਈ ਲੋਕ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੜੀਆਂ ਵੱਡੀਆਂ ਮੰਜ਼ਿਲਾਂ 'ਤੇ ਪਹੁੰਚ ਜਾਂਦੇ। ਬਹੁਤੇ ਲੋਕ ਗੁਰਦੁਆਰਿਆਂ ਦੇ ਬਾਹਰ ਚੱਲ ਰਹੇ ਸਪੀਕਰ ਤੋਂ ਸਮਝ ਜਾਂਦੇ ਨੇ ਜ਼ਿੰਦਗੀ ਦਾ ਸੱਚ ਕੀ ਹੈ। ਕਈ ਲੋਕ ਬਾਣੀ ਕਹਿੰਦੀ ਹੈ ਸਾਰੀ ਉਮਰ ਵਿਚਾਰ ਕਰ ਲੈਂਦੇ ਰਹਿੰਦੇ ਨੇ, ਪੜ੍ਹਦੇ ਰਹਿੰਦੇ ਨੇ, ਉੱਥੋਂ ਵੀ ਨਹੀਂ ਸਮਝੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਪੁਅੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਸਗੋਂ ਪੜ੍ਹ ਕੇ ਹੋਰ ਹੰਕਾਰੀ ਹੋ ਗਿਆ, ਬਈ ਮੇਰੇ ਜਿੰਨਾ ਕੌਣ ਪੜ੍ਹ ਸਕਦਾ, ਮੇਰੇ ਜਿੰਨਾ ਰੱਬ ਦਾ ਨਾਮ ਕੌਣ, ਇਹ ਹੋਰ ਹੰਕਾਰਪਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਨਾਮ ਜਪਣਾ ਚਾਹੀਦਾ ਹੈ। ਭਾਈ ਸਾਵਣ ਮਲ ਜੀ ਦੇ ਕੋਲ ਗੁਰੂ ਅਮਰਦਾਸ ਜੀ ਦੀ ਉਹ ਸ਼ਕਤੀ ਹੈ, ਉਹ ਰਿੱਧੀਆਂ ਸਿੱਧੀਆਂ ਨੇ, ਮਰੇ ਹੋਏ ਬਾਲਕ ਨੂੰ ਜਿਵਾ ਦਿੱਤਾ ਹੈ। ਇਸ ਕਰਕੇ ਸਾਰੇ ਲੋਕ ਕਹਿੰਦੇ ਨੇ ਬੜਾ ਤੂੰ ਸਮਰੱਥ ਹੈ, ਸਾਰੇ ਲੋਕ ਉਹਨਾਂ ਦਾ ਆਦਰ ਸਤਿਕਾਰ ਕਰ ਰਹੇ ਹਨ। ਏਤਕ ਦਿਵਸ ਮੈਂ ਨ੍ਰਿਪ ਸਿੱਖ ਹੋਇਓ, ਉਨ ਸਭ ਸਿੱਖੀ ਕੇ ਮਗ ਆਏ। ਥੋੜੇ ਦਿਨਾਂ ਦੇ ਵਿੱਚ ਜਿਹੜਾ ਰਾਜਾ ਹੈ ਉਹ ਵੀ ਸਿੱਖ ਬਣ ਗਿਆ। ਜਿੰਨੀ ਵੀ ਦੇਸ਼ ਦੀ ਰਾਜੇ ਦੀ ਜਨਤਾ ਹੈ, ਪ੍ਰਜਾ ਹੈ, ਵੇਖਦੀ ਇੰਨੀ ਸ਼ਕਤ ਦਾ ਮਾਲਕ ਹੈ, ਇੰਨੀ ਅਜ਼ਮਤਾ ਦਾ ਮਾਲਕ ਹੈ। ਸਾਰਾ ਰਾਜਿਆ ਹੀ, ਜਿੱਡਾ ਵੱਡਾ ਉਹ ਰਾਜ ਸੀ, ਸਾਰਾ ਹੀ ਸਿੱਖ ਬਣ ਗਿਆ ਹੈ। ਵਾਹਿਗੁਰੂ ਸਿਮਰਹਿ ਸੁਖ ਪਾਵਹਿ, ਚਿਤ ਇੱਛਾ ਕਹਿ ਦੇਤ ਪੁਜਾਏ। ਹੁਣ ਸਾਰੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਉੱਥੇ ਜਪਦੇ ਨੇ। ਜਿਹੜੀ ਵੀ ਕਿਸੇ ਦੇ ਮਨ ਵਿੱਚ ਇੱਛਾ ਆਉਂਦੀ ਹੈ, ਭਾਈ ਸਾਵਣ ਮਲ ਉਹਦੀ ਪੂਰੀ ਕਰ ਦਿੰਦਾ ਹੈ। ਉਨ ਸਾਵਣ ਮਲ ਨ੍ਰਿਪ ਸੰਗ ਭਾਖਿਓ, ਹਮਰੇ ਸਦਨ ਬਿਪਾਸਾ ਤੀਰ। ਸਾਵਣ ਮਲ ਕਹਿੰਦਾ ਰਾਜਾ, ਮੇਰਾ ਘਰ ਬਿਆਸ ਦਰਿਆ ਦੇ ਕੰਢੇ ਤੇ ਹੈ। ਚਾਹਦਾਰ ਦੀਰਘ ਕੀ ਤਿਨਖਾ, ਇਕੱਠਾ ਕਰੋ ਵਿਸਾਲ ਸਤੀਰ। ਸਾਡੇ ਉੱਥੇ ਬੜੀਆਂ ਵੱਡੀਆਂ ਸ਼ਤੀਰਾਂ ਦੀ ਲੱਕੜਾਂ ਦੀ ਲੋੜ ਹੈ, ਇਸ ਕਰਕੇ ਸਾਨੂੰ ਲੱਕੜਾਂ ਦਿੱਤੀਆਂ ਜਾਣ। ਬੇੜੇ ਬੰਦੋ ਕਾਸ਼ਟ ਗਨ ਕੇ, ਦ੍ਰਿੜ ਕਰ ਬੀਚ ਡਰਾਈਏ ਨੀਰ। ਹੁਣ ਜਿੰਨੀਆਂ ਸ਼ਤੀਰੀਆਂ ਨੇ ਉਹਨਾਂ ਦੇ ਬੰਡਲ ਬਣਾ ਲਓ, ਵਾਹਵਾਂ ਨੂੰ ਇਕੱਠੇ ਕਰ ਕਰਕੇ ਦਰਿਆ ਦੇ ਵਿੱਚ ਸੁੱਟ ਦਿਓ। ਕਿਉਂਕਿ ਪਹਿਲਾਂ ਸਾਧਨ ਜਿਹੜਾ ਲੱਕੜਾਂ ਆਉਣ ਦਾ ਇਹੀ ਹੁੰਦਾ ਸੀ, ਟਰੱਕ ਨਹੀਂ ਸਨ ਹੁੰਦੇ। ਇੰਨਾ ਪਹੀਏ ਦੀ ਖੋਜ ਵੀ ਪਤਾ ਨਹੀਂ ਉਦੋਂ ਤੋਂ ਹੋ ਗਈ ਹੋਏਗੀ, ਪਰ ਉਦੋਂ ਮੇਨ ਜਿਹੜਾ ਸਾਧਨ ਸੀ ਦਰਿਆਵਾਂ ਦੇ ਵਿੱਚੋਂ ਦੀ ਵਪਾਰ ਹੁੰਦਾ ਸੀ। ਦਰਿਆਵਾਂ ਦੇ ਵਿੱਚੋਂ ਲੋਕੀ ਲੱਕੜਾਂ ਰੇੜ ਦਿੰਦੇ ਸਨ। ਕਹਿੰਦੇ ਲੱਕੜਾਂ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ ਜਾਏ, ਉੱਥੇ ਉਹ ਆਪਣੇ ਆਪ ਹੀ ਕੱਢ ਲੈਣਗੇ। ਤਰਨਹਾਰ ਨਰ ਸੰਗ ਸਿੰਧਾਵਹਿ, ਸਣੇ ਸਣੇ ਤਰ ਪਾਏ ਬਹੀਰ। ਕਹਿੰਦੇ ਕਈ ਤਾਰੂ ਮਨੁੱਖ ਨੇ ਜਿਹੜੇ ਤਰ ਲੈਂਦੇ ਨੇ, ਉਹਨਾਂ ਨੂੰ ਵੀ ਕਹੋ ਤੁਸੀਂ ਦਰਿਆ ਦੇ ਵਿੱਚ ਸ਼ਤੀਰੀਆਂ ਦੇ ਨਾਲ ਜਾਓ, ਉੱਥੇ ਜਾ ਕੇ ਇਹਨਾਂ ਨੂੰ ਕੱਢ ਲੈਣਾ ਹੈ। ਗੋਇੰਦਵਾਲ ਨਗਰ ਤਟ ਉੱਪਰ, ਤਹਾਂ ਜਾਏ ਸਗਰੋ ਨਿਕ ਸਾਏ। ਜਦੋਂ ਦਰਿਆ ਦੇ ਕੰਢੇ ਜਾਓਗੇ, ਸਾਵਣ ਮਲ ਦੱਸ ਰਹੇ ਅੱਗੇ ਜਾ ਕੇ ਗੋਇੰਦਵਾਲ ਨਾਮ ਦਾ ਨਗਰ ਆਏਗਾ,
ਉੱਥੇ ਤੁਸੀਂ ਇਹਨਾਂ ਲੱਕੜਾਂ ਨੂੰ ਕੱਢ ਲੈਣਾ ਹੈ। ਏਮ ਸੁਣ ਭੂਪ ਹਰੀਪੁਰ ਕੇ ਤਬ ਬਹੁ ਨਰ ਦੀਨੇ ਕਾਰ ਲਗਾਏ। ਹੁਣ ਰਾਜਾ ਉਹਨਾਂ ਦਾ ਸਿੱਖ ਬਣਿਆ ਹੀ ਹੋਇਆ ਹੈ, ਉਹਨਾਂ ਦਾ ਉਪਾਸ਼ਕ ਹੈ, ਉਹਨਾਂ ਦਾ ਸ਼ਿਸ਼ਯ ਹੈ, ਕਿਉਂਕਿ ਰਾਜੇ ਤੇ ਬੜਾ ਵੱਡਾ ਪਰਉਪਕਾਰ ਉਹਨਾਂ ਨੇ ਕੀਤਾ ਹੈ। ਰਾਜੇ ਨੇ ਨਾਲੋਂ ਨਾਲ ਹੀ ਆਪਣੇ ਬਹੁਤੇ ਜਿੰਨੇ ਵੀ ਮਾਨੁਖ ਨੇ, ਜਿੰਨੇ ਨੌਕਰ ਚਾਕਰ ਨੇ, ਸਾਰਿਆਂ ਨੂੰ ਹੀ ਲੱਕੜਾਂ ਦੇ ਕੰਮ ਤੇ ਲਾ ਦਿੱਤਾ ਹੈ। ਕਾਸ਼ਟ ਕੋ ਬਟੋਰ ਬਹੁ ਤੇਰਾ ਖਾਤੀ ਤੇਤ ਛਾਏ ਚਿਰਵਾਏ। ਬੜੀਆਂ ਜੜੀਆਂ ਲੱਕੜਾਂ ਨੇ ਇਕੱਠੀਆਂ ਕਰ ਲਈਆਂ, ਤਰਖਾਣਾ ਨੂੰ ਸੱਦ ਲਿਆ, ਉਹਨਾਂ ਦੇ ਕੋਲੋਂ ਲੱਕੜਾਂ ਨੂੰ ਛਿਲਵਾ ਦਿੱਤਾ ਹੈ। ਵੀਰਗ ਲੈ ਲੱਕੜੀ ਕਰ ਸੰਚੈ ਅਨਿਕ ਭਾਂਤ ਸੁੰਦਰ ਕਰਵਾਏ। ਵੱਡੀਆਂ ਵੱਡੀਆਂ ਲੱਕੜਾਂ ਨੂੰ ਲੈ ਕੇ ਉਹਨਾਂ ਦੇ ਸੰਚੇ ਬਣਾ ਕੇ ਚੰਗੀ ਤਰ੍ਹਾਂ ਤਿਆਰ ਕਰ ਦਿੱਤਾ ਹੈ। ਬੇੜੇ ਬੰਦ ਵਿਪਾਸਾ ਕੇ ਵਿੱਚ ਨਰ ਕਰ ਸੰਗ ਸੋ ਦੀਏ ਚਲਾਏ। ਬਿਆਸ ਦਰਿਆ ਦੇ ਵਿੱਚ ਲੱਕੜਾਂ ਰੋੜ ਦਿੱਤੀਆਂ ਨੇ। ਹੋਰ ਵੀ ਜਿਹੜੇ ਮਨੁੱਖ ਤਰ ਲੈਂਦੇ ਨੇ ਉਹ ਲੱਕੜਾਂ ਦੇ ਨਾਲ ਨਾਲ ਦਰਿਆ ਵਿੱਚ ਚਲੇ ਗਏ ਨੇ, ਲੱਕੜਾਂ ਦੇ ਨਾਲ ਨਾਲ ਹੀ ਤਿਰੇ ਜਾ ਰਹੇ ਹਨ। ਗੋਇੰਦਵਾਲ ਵਿਸ਼ਾਲ ਕਾਠ ਗੁਣ ਤਹਿ ਤੇ ਪੂਰਨ ਪਹੁੰਚੀ ਆਏ। ਜਿਹੜੀਆਂ ਲੱਕੜਾਂ ਨੇ ਬੜੀਆਂ ਤੇਜ਼ੀ ਦੇ ਨਾਲ, ਕਿਉਂਕਿ ਲੱਕੜ ਤੇਜ਼ ਚੱਲਦੀ ਹੈ ਪਾਣੀ ਦੇ ਵਿੱਚ, ਜਿੰਨਾ ਪਾਣੀ ਵਹਾਅ ਤੇਜ਼ ਹੁੰਦਾ ਹੈ, ਛੇਤੀ ਹੀ ਲੱਕੜਾਂ ਗੋਇੰਦਵਾਲ ਸਾਹਿਬ ਪਹੁੰਚ ਗਈਆਂ ਹਨ। ਵਹਿਰ ਨਿਕਾਸੀ ਸਤਿਗੁਰ ਹੇਰੀ ਖਰੇ ਆਪ ਹੋਏ ਦਈ ਵਡਾਏ। ਮਹਾਰਾਜ ਜੀ ਨੇ ਵੇਖਿਆ ਲੱਕੜਾਂ ਆ ਗਈਆਂ ਨੇ, ਗੁਰੂ ਅਮਰਦਾਸ ਜੀ ਨੇ ਵੇਖਿਆ, ਆਪ ਦਰਿਆ ਦੇ ਕੰਢੇ ਤੇ ਖੜੇ ਹੋ ਗਏ, ਜਿਨ੍ਹਾਂ ਜਿਨ੍ਹਾਂ ਨੂੰ ਲੱਕੜਾਂ ਦੀ ਜ਼ਰੂਰਤ ਸੀ ਉਹਨਾਂ ਵਿੱਚ ਵੰਡ ਦਿੱਤੀਆਂ ਹਨ। ਜੇ ਤੱਕ ਚਾਹਤ ਨਰ ਦਈ ਤਤ ਕਤਨ ਲੈ ਸਭ ਗਏ ਆਪਣੀ ਥਾਏ। ਜਿਨ੍ਹਾਂ ਜਿਨ੍ਹਾਂ ਮਨੁੱਖਾਂ ਨੂੰ ਲੱਕੜਾਂ ਚਾਹੀਦੀਆਂ ਸਨ, ਜਿਨ੍ਹਾਂ ਜਿਨ੍ਹਾਂ ਨੂੰ ਲੱਕੜਾਂ ਦੀ ਲੋੜ ਸੀ, ਮਹਾਰਾਜ ਨੇ ਸਾਰਿਆਂ ਨੂੰ ਵੰਡੀਆਂ ਨੇ। ਆਪੋ ਆਪਣੀ ਥਾਂ ਤੇ ਲੱਕੜਾਂ ਚੁੱਕ ਕੇ ਲੋਕ ਚਲੇ ਗਏ ਹਨ। ਨਿਜ ਕੁਟੰਬ ਕੇ ਮਾਨਵ ਜੇਈ ਬ੍ਰਿਪ ਬ੍ਰਿੰਦ ਕੋ ਬਾਟ ਸੋ ਦੀਨ। ਹੁਣ ਲੱਕੜਾਂ ਕਿੰਨਾ ਕਿੰਨਾ ਨੂੰ ਵੰਡੀਆਂ ਨੇ। ਕੁਝ ਪਰਿਵਾਰ ਦੇ ਮੈਂਬਰ ਨੇ, ਕੁਝ ਉੱਤੇ ਬ੍ਰਾਹਮਣ ਲੋਕ ਰਹਿੰਦੇ ਨੇ, ਉਹਨਾਂ ਨੂੰ ਵੀ ਲੱਕੜਾਂ ਵੰਡ ਦਿੱਤੀਆਂ ਨੇ। ਬਾਈ ਜਾਤ ਜੋ ਖੱਤਰੀ ਕੁਲ ਕੀ ਗੋਇੰਦਵਾਲ ਬਾਸ ਤਿੰਨ ਦੀਨ। ਖੱਤਰੀਆਂ ਦੀਆਂ 12 ਜਾਤਾਂ ਗੋਇੰਦਵਾਲ ਸਾਹਿਬ ਮਹਾਰਾਜ ਨੇ ਵਸਾਈਆਂ, ਉਹ ਉੱਥੇ ਰਹਿ ਰਹੇ ਸਨ। ਮਹਾਰਾਜ ਨੇ ਉਹਨਾਂ ਨੂੰ ਵੀ ਲੱਕੜਾਂ ਦੇ ਦਿੱਤੀਆਂ ਹਨ। ਸਰਬ ਜਾਤ ਸਿੱਖ ਸਦਨ ਕਰੇ ਕਹੈ ਤਿੰਨ ਕਾਸ਼ਟ ਲੈ ਨਿਜ ਘਰ ਕੀਨ। ਹੋਰ ਵੀ ਬੜੀਆਂ ਜਾਤਾਂ ਉੱਥੇ ਰਹਿੰਦੀਆਂ ਨੇ, ਕਿਉਂਕਿ ਮਹਾਰਾਜ ਵਾਸਤੇ ਕੋਈ ਜਾਤ ਕੁਲ ਸਭ ਬਰਾਬਰ ਹੈ। ਮਹਾਰਾਜ ਨੇ ਜਿਹੜਾ ਜਿਹੜਾ ਵੀ ਆਇਆ ਉਹਨੂੰ ਕਿਹਾ, ਭਾਈ ਲੱਕੜਾਂ ਲਓ ਅਤੇ ਸੁਖੀ ਵਸੋ, ਆਪਣੇ ਘਰ ਬਣਾ ਲਵੋ। ਬਸਨਹਾਰ ਪੁਨ ਅਪਰ ਜੇ ਮਾਨਵ ਪਾਛਤ ਦੀਨਸ ਗੁਰੂ ਪਰਬੀਨ। ਹੋਰ ਵੀ ਜੇ ਕੋਈ ਮਨੁੱਖ ਆਉਂਦਾ ਜਿਹੜਾ ਕਹਿੰਦਾ, ਬੇਨਤੀ ਕਰਦਾ, ਮਹਾਰਾਜ ਮੈਂ ਵੀ ਇੱਥੇ ਵਸਣਾ ਚਾਹੁੰਦਾ, ਮਹਾਰਾਜ ਕਹਿੰਦੇ ਭਾਈ ਲੱਕੜਾਂ ਬਹੁਤ ਆਈਆਂ ਨੇ, ਤੁਸੀਂ ਵੀ ਚੁੱਕ ਕੇ ਲੈ ਜਾਵੋ। ਸ੍ਰੀ ਗੁਰੂ ਅਮਰਦਾਸ ਹੋਏ ਠਾਂਡੇ ਧਾਮਨ ਕੀ ਅਮਣੀ ਅਵਲੋਕ। ਮਹਾਰਾਜ ਜੀ ਖੜੇ ਹੋਏ ਨੇ, ਜਿੱਥੇ ਜਿੱਥੇ ਮਕਾਨ ਬਣ ਰਹੇ ਨੇ, ਗੁਰੂ ਜੀ ਸਾਰਿਆਂ ਦੇ ਮਕਾਨ ਵੇਖਦੇ ਹਨ। ਯਥਾ ਜੋਗ ਬਾਂਟੀ ਸਭ ਹਨ ਕੋ ਲੇਕਰ ਮੁਦਤ ਭਏ ਸਭ ਲੋਕ। ਜਿਹੜੇ ਲੋਕ ਬੇਨਤੀ ਕਰਕੇ ਆਏ ਸੀ, ਮਹਾਰਾਜ ਸਾਡੇ ਕੋਲ ਲੱਕੜਾਂ ਨਹੀਂ ਹਨ, ਉਹਨਾਂ ਨੂੰ ਜਦੋਂ ਲੱਕੜਾਂ ਮਿਲੀਆਂ ਹੁਣ ਬੜੇ ਖੁਸ਼ ਨੇ, ਬਹੁਤ ਪ੍ਰਸੰਨ ਹੋ ਰਹੇ ਹਨ। ਆਪ ਆਪਣੇ ਰਚੇ ਸਦਨ ਸੁਭ ਜੋ ਗੁਰ ਦਈਸ ਲੀਨੀ ਰੋਕ। ਆਪੋ ਆਪਣੇ ਘਰ ਸਾਰਿਆਂ ਨੇ ਬੜੇ ਸੋਹਣੇ ਘਰ ਬਣਾ ਲਏ ਹਨ। ਬੜੇ ਭਾਗ ਜਿਨ ਭਾਲ ਹੁਤੇ ਤਬ ਬਸੇ ਨਗਰ ਮੈਂ ਸਦਾ ਅਸ਼ੋਕ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ, ਬੜੇ ਮਨੁੱਖ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ, ਉਹ ਗੁਰੂ ਦੀ ਨਗਰੀ ਵਿੱਚ ਵਸਦੇ ਨੇ, ਚਿੰਤਾ ਰਹਿਤ ਹੋ ਕੇ ਵਸਦੇ ਨੇ। ਕਿਉਂਕਿ ਮਹਾਰਾਜ ਬਾਣੀ 'ਚ ਵੀ ਕਹਿੰਦੇ, ਜਿਉਂ ਜਿਉਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦਾ ਰਹਿੰਦਾ, ਗੁਰੂ ਦੀ ਸ਼ਰਨ ਵਿੱਚ ਪੈਣਾ, ਗੁਰੂ ਦੇ ਵਿਚਾਰਾਂ ਨੂੰ ਮੰਨਣਾ ਹੈ, ਔਰ ਆਪਣੇ ਵਿਚਾਰ ਕੀ ਨੇ, ਆਪਣੇ ਅਨੁਸਾਰ ਚੱਲਣਾ। ਜੋ ਮਨ ਵਿੱਚ ਆਉਂਦਾ ਉਹ ਕਰੀ ਜਾਣਾ। ਉਹਨੂੰ ਗੁਰਬਾਣੀ ਦੇ ਵਿੱਚ ਮਨਮੁਖ ਵੀ ਕਿਹਾ, ਜਿਹੜਾ ਆਪਣੇ ਮਨ ਨੂੰ ਅੱਗੇ ਰੱਖਦਾ ਹੈ। ਇੱਕ ਐਸੇ ਲੋਕ ਨੇ ਜਿਹੜੇ ਗੁਰੂ ਦੇ ਮਨ ਨੂੰ ਅੱਗੇ ਰੱਖਦੇ ਨੇ, ਗੁਰਮੁਖ ਹੁੰਦੇ ਨੇ।
ਜਿਹੜੇ ਲੋਕ ਆਪਣੇ ਮਨ ਦੇ ਅਨੁਸਾਰ ਚੱਲਦੇ ਨੇ ਉਹ ਜ਼ਿੰਦਗੀ ਵਿੱਚ ਠੋਕਰਾਂ ਖਾਂਦੇ ਰਹਿੰਦੇ ਨੇ, ਰੋਜ਼ ਰੋਜ਼ ਉਹਨਾਂ ਨੂੰ ਸੱਟਾਂ ਹੀ ਵੱਜਦੀਆਂ ਨੇ। ਕਿਉਂ? ਇਹ ਦੁਨੀਆ ਦੇ ਬਾਰੇ ਇੱਥੇ ਕੀ ਚੰਗਾ ਹੈ ਕੀ ਮਾੜਾ ਹੈ ਇਹਦੇ ਬਾਰੇ ਤੇ ਗੁਰੂ ਹੀ ਜਾਣਦਾ ਹੈ, ਕਿਉਂਕਿ ਗੁਰੂ ਨੂੰ ਸੋਝੀ ਹੈ। ਅਸੀਂ ਤੇ ਇਸ ਦੁਨੀਆ ਤੇ ਕੋਈ 20 ਸਾਲ ਪੁਰਾਣਾ ਹੈ, ਕੋਈ 50 ਸਾਲ ਹੈ, ਸਦਾ ਤੋਂ ਅਸੀਂ ਇੱਥੇ ਨਹੀਂ ਆ। ਕਿਸੇ ਨੂੰ ਆਇਆ 40 ਸਾਲ ਹੋਏ ਨੇ, ਕਿਸੇ ਨੂੰ 50 ਸਾਲ। ਔਰ ਸਾਧ ਸੰਗਤ ਜ਼ਿੰਦਗੀ ਦੇ ਵਿੱਚ ਮੈਂ ਇੱਕ ਦਿਨ ਸੁਣ ਰਿਹਾ ਸੀ, ਇੱਕ ਮਨੁੱਖ ਮੈਨੂੰ ਕਹਿੰਦਾ ਮੈਂ ਕਿਵੇਂ ਜ਼ਿੰਦਗੀ ਚੱਲ ਰਹੀ ਹੈ, ਕਹਿੰਦੇ ਅੱਧੀ ਕਿਤੇ ਚਲੀ ਗਈ ਹੈ, ਅੱਧੀ ਰਹਿ ਗਈ ਹੈ। ਮੈਂ ਉਹਨਾਂ ਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਹੈ, ਕਹਿੰਦੇ 50 ਸਾਲ। ਔਰ ਤੁਸੀਂ ਇਹ ਸੋਚ ਰਹੇ ਹੋ ਮੈਂ 100 ਸਾਲ ਜੀਣਾ, ਵੀ ਅੱਧੀ ਚਲੀ ਗਈ, ਇਹਦਾ ਮਤਲਬ ਤੇ ਤੁਸੀਂ ਇਹ ਕਿਆਸ ਬੰਨ੍ਹ ਲਿਆ ਮੈਂ 100 ਸਾਲ ਦੀ ਜ਼ਿੰਦਗੀ। ਐਸਾ ਨਹੀਂ ਹੈ। ਸਾਧ ਸੰਗਤ ਮਨੁੱਖ ਦੀ ਅੱਧੀ ਜ਼ਿੰਦਗੀ ਸੌਣ ਦੇ ਵਿੱਚ ਜਾਂਦੀ ਹੈ। ਜੇ ਕਿਸੇ ਦੀ ਉਮਰ 50 ਸਾਲ ਹੋਈ ਹੈ ਔਰ ਜੇ ਉਹ 10 ਘੰਟੇ 12 ਘੰਟੇ ਰੋਜ਼ ਸੌਂਦਾ ਹੈ, ਅੱਧੀ ਉਮਰ ਤੇ ਉਹਦੀ ਸੌਣ 'ਚ ਹੀ ਲੰਘ ਗਈ। ਜੀਂਦਾ ਤੇ ਉਹ 25 ਸਾਲ ਹੀ ਰਿਹਾ, ਉਹਦੇ ਵਿੱਚੋਂ ਕੋਈ 2-4 ਸਾਲ ਉਮਰ ਖਾਣ ਵਿੱਚ ਵੀ ਲੰਘ ਜਾਂਦੀ ਹੈ। ਉਹ ਆਪਾਂ ਕਹਾਂਗੇ ਕਿਵੇਂ? ਜੇ ਅਸੀਂ ਅੱਧਾ ਘੰਟਾ ਰੋਜ਼ ਸਵੇਰੇ ਰੋਟੀ ਖਾਣ 'ਚ ਲਾਉਂਦੇ ਹਾਂ 15 ਮਿੰਟ, 15 ਮਿੰਟ ਦੁਪਹਿਰੇ, 15 ਮਿੰਟ ਸ਼ਾਮੀ, ਰੋਜ਼ ਦਾ ਕੁੱਲ ਮਿਲਾ ਕੇ 1 ਘੰਟਾ ਬਣ ਜਾਂਦਾ ਹੈ। ਤੇ 30 ਦਿਨਾਂ ਦੇ ਵਿੱਚ 30 ਘੰਟੇ ਬਣਦੇ ਨੇ। 30 ਆਪਾਂ ਜਦੋਂ ਵੇਖਦੇ ਹਾਂ ਇੱਕ ਦਿਨ 'ਚ 1 ਘੰਟਾ, 30 ਦਿਨਾਂ 'ਚ 3 ਘੰਟੇ, ਭਾਵ 1 ਮਹੀਨੇ 'ਚ 1 ਦਿਨ ਤੇ 6 ਘੰਟੇ ਸਾਨੂੰ ਰੋਟੀ ਖਾਣ 'ਚ ਲੰਘਦੇ ਨੇ। ਹੋਰ ਅਸੀਂ ਕੋਈ ਕੰਮ ਨਹੀਂ ਕਰਦੇ। 1 ਸਾਲ ਦੇ ਵਿੱਚ ਜੇ ਇਹਦੀ ਗਿਣਤੀ ਕਰੀਏ ਇਹ ਘੱਟੋ ਘੱਟ 14-15 ਦਿਨ ਬਣ ਜਾਂਦੇ ਨੇ। 10 ਸਾਲਾਂ ਦੇ ਵਿੱਚ 150 ਦਿਨ ਬਣ ਜਾਂਦੇ ਨੇ। ਇਹਦੀ ਗਿਣਤੀ ਕਰੋਗੇ 4 ਸਾਲ ਤੇ ਰੋਟੀ ਖਾਣ 'ਚ ਹੀ ਲੰਘ ਜਾਂਦੇ ਨੇ। ਔਰ ਆਪ ਜੀ ਗੁਰਦੁਆਰੇ ਆਉਂਦੇ ਹੋ, 15 ਮਿੰਟ 'ਚ ਆਉਣ 'ਚ ਲੱਗਦੇ ਨੇ, 15 ਮਿੰਟ ਜਾਣ 'ਚ ਲੱਗਦੇ ਨੇ, ਅੱਧਾ ਘੰਟਾ ਹੋ ਗਿਆ। 1 ਮਹੀਨੇ ਦੇ ਵਿੱਚ ਆਪ ਜੀ ਦਾ 1 ਦਿਨ ਗੁਰਦੁਆਰੇ ਆਉਣ ਜਾਣ 'ਚ ਲੰਘਦਾ। ਜੇ ਇਹਨੂੰ 12 ਮਹੀਨਿਆਂ ਦੇ ਵਿੱਚ ਕਰੋਗੇ 12 ਦਿਨ ਗੁਰਦੁਆਰੇ ਆਉਣ ਜਾਣ 'ਚ ਲੰਘਣਗੇ। ਜੇ ਇਹਨਾਂ ਨੂੰ 10 ਸਾਲ ਅਗਰ ਐਵੇਂ ਹੀ ਅਸੀਂ ਆਉਂਦੇ ਰਹੇ, ਸਾਡੀ ਜ਼ਿੰਦਗੀ ਦੇ 120 ਦਿਨ 10 ਸਾਲਾਂ ਗੁਰਦੁਆਰੇ ਆਉਣ ਜਾਣ 'ਚ ਨਿਕਲਣਗੇ। ਜੇ ਇਹਨੂੰ 20 ਤੇ ਕਰੋਗੇ 240 ਦਿਨ, ਜੇ ਇਹਨੂੰ 30 ਸਾਲਾਂ ਤੇ ਕਰੋਗੇ 1 ਸਾਲ ਸਿਰਫ ਗੁਰਦੁਆਰੇ ਆਉਣ ਜਾਣ 'ਚ। ਤਾਂ ਹੀ ਆਪਾਂ ਕਹੀਦਾ ਹੈ ਜਦੋਂ ਅਸੀਂ ਸਮੇਂ ਨੂੰ ਲੰਮੇ ਤੌਰ ਤੇ ਵਾਪਰਦੇ ਹਾਂ, ਇਸ ਕਰਕੇ ਜਦੋਂ ਵੀ ਗੁਰਦੁਆਰੇ ਆਈਏ ਜਪਦੇ ਆਈਏ ਔਰ ਜਪਦੇ ਜਾਈਏ। ਘੱਟੋ ਘੱਟ 15 ਮਿੰਟ ਤੇ ਸਫਲ ਹੋਣ, 15 ਮਿੰਟ ਜਾਂਦੇ ਆ ਸਫਲ ਹੋ ਜਾਣਗੇ। ਕਿੰਨਾ ਹੋ ਗਿਆ? ਸਾਡੀ ਜ਼ਿੰਦਗੀ ਦਾ ਅੱਧਾ ਘੰਟਾ, ਭਾਵ ਅਸੀਂ ਆਪਣੀ ਜ਼ਿੰਦਗੀ 'ਚ 1 ਸਾਲ ਨਾਮ 30 ਸਾਲਾਂ ਦੇ ਵਿੱਚ ਜਪ ਲਵਾਂਗੇ। ਅਗਰ 60 ਸਾਲ ਜ਼ਿੰਦਗੀ ਜੀਵਾਂਗੇ 2 ਸਾਲ। ਅਗਰ ਜ਼ਿੰਦਗੀ ਨੂੰ ਐਵੇਂ ਡਿਵਾਈਡ ਕਰੀਏ, ਸਾਡੇ ਕੋਲ ਜ਼ਿੰਦਗੀ ਜਿਉਣ ਦੇ ਸਿਰਫ 5-7 ਸਾਲ ਹੀ ਬਚਦੇ ਨੇ, ਬਾਕੀ ਦੇ ਕਿਤੇ ਨਾ ਕਿਤੇ ਕੰਮਾਂ ਧੰਦਿਆਂ ਵਿੱਚ ਲੰਘ ਜਾਂਦੇ ਨੇ। ਇਸ ਕਰਕੇ ਜ਼ਿੰਦਗੀ ਨੂੰ ਜਿਉਣ ਵਾਲੇ ਸਮੇਂ ਨੂੰ ਵੇਖੀਏ। ਬਾਣੀ ਨੇ ਕਿਹਾ ਵਕਤ ਵਿਚਾਰੇ ਸੋ ਬੰਦਾ ਹੋਏ। ਇਸ ਵਕਤ ਦੀ ਵਿਚਾਰ ਕਰੀਏ। ਵਕਤ ਦੇ ਉੱਤੇ ਜ਼ਿੰਦਗੀ ਵਿੱਚ ਕੁਝ ਨਹੀਂ ਹੈ। ਕਹਿੰਦੇ ਨੇ ਮਹਾਰਾਜ ਜੀ ਉੱਥੇ ਵਸਦੇ ਨੇ, ਗੋਇੰਦਵਾਲ ਸਾਹਿਬ ਦੀ ਨਗਰੀ ਤੇ ਵਸਦੇ ਨੇ। ਜਿਨ੍ਹਾਂ ਨੂੰ ਵੀ ਲੱਕੜਾਂ ਦੀ ਜ਼ਰੂਰਤ ਹੈ ਮਹਾਰਾਜ ਨੇ ਉਹਨਾਂ ਨੂੰ ਵੰਡੀਆਂ ਹਨ। ਦੇਖ ਹੋਏ ਸਕਰੇ ਤਿਨ ਗੁਰ ਕੀ, ਸਰਬ ਜਾਤ ਭੋਜਨ ਕੋ ਖਾਏ। ਇੱਕ ਕੰਮ ਹੋਰ ਗੋਇੰਦਵਾਲ ਸਾਹਿਬ ਚੱਲਦਾ, ਉਹ ਚੱਲਦਾ ਹੈ ਲੰਗਰ ਪ੍ਰਸ਼ਾਦਾ। ਜਿਹਨੂੰ ਵੀ ਜ਼ਰੂਰਤ ਹੈ, ਅੱਜ ਵੀ ਚੱਲਦਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ। ਉਦੋਂ ਦਾ ਗੁਰਦੁਆਰੇ ਅਸੀਂ ਆਉਂਦੇ ਹਾਂ, ਕੋਈ ਭੁੱਖਾ ਆਏ ਉਹਨੂੰ ਪ੍ਰਸ਼ਾਦਾ ਜ਼ਰੂਰ ਮਿਲਦਾ ਹੈ। ਮਹਾਰਾਜ ਜੀ ਦੇ ਉੱਥੇ ਲੰਗਰ ਚੱਲਦਾ ਹੈ। ਜਿਹੜਾ ਕੋਈ ਵੀ ਭੁੱਖਾ, ਕੋਈ ਕਿਸੇ ਨੂੰ ਜ਼ਰੂਰਤ ਹੈ ਲੰਗਰ ਦੀ, ਉਹ ਲੰਗਰ ਜ਼ਰੂਰ ਛਕ ਲੈਂਦਾ ਹੈ। ਜੋ ਨਹਿ ਖਾਏ ਨਾ ਦਰਸ਼ਨ ਪਾਵਹਿ, ਇਹੀ ਨੇਮ ਸਤਿਗੁਰ ਠਹਿਰਾਏ। ਮਹਾਰਾਜ ਨੇ ਇੱਕ ਨੇਮ ਵੀ ਬਣਾਇਆ ਹੋਇਆ ਸੀ, ਕਿਉਂਕਿ ਪਹਿਲਾਂ ਸਾਧ ਸੰਗਤ ਪਤਾ ਕੀ ਸੀ, ਅੱਜ ਤੇ ਅਸੀਂ ਲੰਗਰ ਇਕੱਠੇ ਬਹਿ ਕੇ ਛਕ ਲੈਂਦੇ ਹਾਂ। ਪਹਿਲਾਂ ਜਿਹੜਾ ਉੱਚੀ ਕੁੱਲ ਵਾਲਾ ਹੁੰਦਾ ਸੀ, ਉਹਦੇ ਭਾਂਡੇ ਵੀ ਵੱਖਰੇ, ਉਹ ਸਾਰੇ ਤਰੀਕਿਆਂ ਨਾਲ ਵੱਖਰਾ ਹੁੰਦਾ ਸੀ। ਉਹ ਤੇ ਲੱਕੜਾਂ ਵੀ ਧੋ ਕੇ ਲਾਉਂਦੇ ਹੁੰਦੇ ਸਨ ਵੀ ਲੱਕੜ ਵੀ ਅਪਵਿੱਤਰ ਨਾ ਹੋ ਜਾਏ। ਐਸੀ ਉਹਨਾਂ ਦੀ ਰੀਤ ਸੀ, ਉਹਨਾਂ ਦਾ ਧਾਰਮਿਕ ਪਹਿਰਾਵਾ, ਉਹਨਾਂ ਦੇ ਧਾਰਮਿਕ ਨਿਯਮ ਐਸੇ ਸਨ। ਪਰ ਮਹਾਰਾਜ ਜੀ ਨੇ ਕਿਹਾ ਨਹੀਂ, ਇਹ ਤੇ ਸਾਰਿਆਂ ਦਾ ਇੱਕੋ ਹੀ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ। ਜਦੋਂ ਸਾਰਿਆਂ ਦਾ ਰੱਬ ਇੱਕੋ ਹੈ, ਸਾਧ ਸੰਗਤ ਦੁਨੀਆ ਤੇ ਜਿੰਨੇ ਵੀ ਮਨੁੱਖ ਨੇ, ਜਿਸ ਦਿਨ ਜਨਮੇ ਸੀ
ਉਸ ਦਿਨ ਉਹਨਾਂ ਦਾ ਕੋਈ ਧਰਮ ਨਹੀਂ ਸੀ। ਜਿਉਂ-ਜਿਉਂ ਅਸੀਂ ਉਹਨਾਂ ਨੂੰ ਧਰਮ ਦੀਆਂ ਤਲਵਾਰਾਂ ਫੜਾਈਆਂ ਨੇ, ਜਿਉਂ-ਜਿਉਂ ਉਹ ਵੱਡੇ ਹੋਏ ਨੇ, ਉਹਨਾਂ ਨੂੰ ਪਰਮੇਸ਼ਰ ਨਾਲ ਤੇ ਨਹੀਂ ਜੋੜਿਆ। ਇੱਕ ਹਿੰਦੂ ਦੇ ਘਰ ਜਨਮ ਲੈਣ ਵਾਲਾ ਕੱਟਰ ਉਸ ਰੂਲਾਂ ਵਾਲਾ ਤੇ ਬਣ ਗਿਆ, ਪਰ ਉਹ ਰੱਬ ਨੂੰ ਨਹੀਂ ਦੂਜੇ ਦੇ ਵਿੱਚੋਂ ਰੱਬ ਨੂੰ ਨਹੀਂ ਜਾਣ ਸਕਿਆ। ਐਵੇਂ ਹੀ ਮੁਸਲਮਾਨ, ਐਵੇਂ ਹੀ ਜਿੰਨੇ ਜੈਨੀ, ਬੋਧੀ, ਪਾਰਸੀ, ਜਿੰਨੇ ਵੀ ਪੰਥ ਚੱਲਦੇ ਨੇ, ਐਸਾ ਹੀ ਸਾਰਿਆਂ ਨਾਲ ਵਾਪਰਿਆ। ਪਰ ਹੋਣਾ ਤੇ ਇਹ ਚਾਹੀਦਾ ਸੀ। ਬਾਣੀ ਕਹਿੰਦੀ ਹੈ ਸਭਨਾ ਜੀਆਂ ਕਾ ਇੱਕ ਦਾਤਾ। ਔਰ ਸਾਧ ਸੰਗਤ, ਜਿੰਨੇ ਵੀ ਦੁਨੀਆ ਤੇ ਲੋਕ ਨੇ, ਉਹਨਾਂ ਦੀਆਂ ਸਰੀਰਕ ਸਮੱਸਿਆ ਵੀ ਇੱਕ ਨੇ। ਇਹ ਨਹੀਂ ਹੈ ਵੀ ਹਿੰਦੂਆਂ ਦੇ ਇਲਾਜ ਕਰਨ ਵਾਲੇ ਡਾਕਟਰ ਅਲੱਗ ਨੇ, ਐਸਾ ਨਹੀਂ ਹੈ। ਮੁਸਲਿਮ ਦੇ ਉਹਨਾਂ ਵਿੱਚ ਖੂਨ ਵੀ ਇੱਕ ਹੈ, ਉਹਨਾਂ ਨੂੰ ਬਿਮਾਰੀਆਂ ਵੀ ਇੱਕ ਸਰ। ਇਹ ਨਹੀਂ ਹੈ ਕਰੋਨਾ ਜਿਹੜਾ ਕਿਸੇ ਇੱਕ ਖਾਸ ਧਰਮ ਵਾਸਤੇ, ਕਿਸੇ ਨੂੰ ਵੀ ਲੱਗ ਜਾਂਦਾ ਹੈ। ਔਰ ਉਹਨਾਂ ਦੀ ਦਵਾਈ ਇਹ ਨਹੀਂ ਹੈ ਵੀ ਹਿੰਦੂ ਦੀ ਦਵਾਈ ਅੱਡ ਬਣਾਓ, ਮੁਸਲਮਾਨ ਦੀ ਨਹੀਂ, ਕਿਉਂਕਿ ਸਰੀਰ ਇੱਕੋ ਜਿਹੋ ਜਿਹਾ ਹੈ। ਮਨੁੱਖ ਨੇ ਆਪਣੇ ਮਨ ਦਿਆਂ ਵਿਚਾਰਾਂ ਦੇ ਵਿੱਚ ਵਖਰੇਵਾਂ ਪਾ ਲਿਆ, ਆਪਣੇ ਮਨ ਕਰਕੇ ਅਲੱਗ-ਅਲੱਗ ਹੋ ਗਿਆ। ਅੰਦਰ ਦਵਾਈ ਵੀ ਇੱਕ ਹੈ। ਇਸ ਕਰਕੇ ਇਹ ਨਹੀਂ ਹੈ ਵੀ ਮੁਸਲਮਾਨ ਵਿੱਚ ਕਰੋਧ ਨਹੀਂ ਆਉਂਦਾ, ਸਿੱਖ ਵਿੱਚ ਨਹੀਂ ਆਉਂਦਾ, ਹਿੰਦੂ ਵਿੱਚ, ਸਾਰਿਆਂ ਵਿੱਚ ਆਉਂਦਾ। ਇਸ ਕਰਕੇ ਗੁਰਬਾਣੀ ਇਹ ਕਹਿੰਦੀ ਹੈ ਫਿਰ ਜੇ ਕਰੋਧ ਦੀ ਦਵਾਈ ਵੀ ਸਾਰਿਆਂ ਦੀ ਇੱਕੋ ਹੋਏਗੀ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਵੀ ਸਾਰੇ ਜਣੇ ਜੇ ਨਾਮ ਜਪ ਜਾਣ, ਅੱਲਾ ਵਾਲਾ ਅੱਲਾ ਜਪੀ ਜਾਏ। ਗੁਰਬਾਣੀ ਦੇ ਵਿੱਚ ਫਰਮਾਨ, ਗੁਰਬਾਣੀ ਇੱਥੋਂ ਵੀ ਕਹਿੰਦੀ ਹੈ। ਕਹਿੰਦੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਹੇ ਫਰੀਦ ਤੂੰ ਨਵਾਜ਼ ਵਿੱਚ ਕਿਉਂ ਨਹੀਂ ਜਾਂਦਾ। ਇਹ ਕਹਿੰਦੇ ਨੇ, ਕਹਿੰਦੇ ਦਿਨ ਰਾਤ ਆਪਣੀ ਜਿੰਨੀ ਵੀ ਤੇਰੀ ਨਵਾਜ਼ ਹੈ ਉਹਨੂੰ ਨਿਵਾਜ਼ ਗੁਜ਼ਾਰਿਆ ਕਰ। ਔਰ ਉਹ ਵੀ ਕਹਿੰਦੇ ਜੋ ਸਿਰ ਸਾਈਂ ਨਾਨਵੇਂ ਸੋ ਸਿਰ ਦੀਜੈ ਡਾ। ਕਹਿੰਦੇ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਹੈ ਗੁਰਦੁਆਰਾ ਹੈ, ਕਹਿੰਦੇ ਨੇ ਤੂੰ ਮਸੀਤ ਵਿੱਚ ਕਿਉਂ ਨਹੀਂ ਜਾਂਦਾ। ਕਿੱਡਾ ਖੁੱਲ ਦਿਲੀ, ਜਿੱਥੇ ਵੀ ਤੂੰ ਲੱਗਿਆ ਉਹਨੂੰ ਦ੍ਰਿੜਤਾ ਨਾਲ ਕਰ, ਰੱਬ ਦੀ ਬੰਦਗੀ ਕਰ, ਪਰਮੇਸ਼ਰ ਦਾ ਨਾਮ ਜਪ। ਔਰ ਪਰਮੇਸ਼ਰ ਭਾਵਾਂ ਨਾਲ ਖੁਸ਼ ਹੁੰਦਾ ਹੈ, ਸ਼ਬਦਾਂ ਨਾਲ ਨਹੀਂ। ਉਹ ਦਿਲ ਵੇਖਦਾ ਹੈ, ਮੁੱਖ ਨਹੀਂ ਵੇਖਦਾ। ਉਹ ਮਨੁੱਖ ਦੇ ਦਿਲਾਂ ਦੇ ਹਿਸਾਬ ਨਾਲ ਹਿਸਾਬ ਲਾਉਂਦਾ ਹੈ, ਮਨੁੱਖ ਦੀ ਜ਼ਬਾਨ ਦੇ ਸ਼ਬਦਾਂ ਨਾਲ ਨਹੀਂ ਲਾਉਂਦਾ। ਉਹ ਸ਼ਬਦਾਂ ਦੇ ਜਾਲ ਵਿੱਚ ਨਹੀਂ ਆਉਂਦਾ ਹੈ। ਬਚੈ ਆਹਾਰ ਜੋ ਲੰਗਰ ਮਾਹੀ, ਸੋ ਸਭ ਗਊਵਨ ਦੇਹ ਖੁਲਾਏ। ਜੇ ਕਿਤੇ ਲੰਗਰ ਬਚ ਵੀ ਜਾਂਦਾ ਲੰਗਰ 'ਚ, ਮਹਾਰਾਜ ਉਹਨੂੰ ਗਊਆਂ ਨੂੰ ਖਵਾ ਦਿੰਦੇ ਨੇ, ਰੱਖਦੇ ਨਹੀਂ ਵੀ ਇਹਨੂੰ ਬਚਾ ਕੇ ਰੱਖ ਲਓ। ਨਹੀਂ, ਜੋ ਕੁਝ ਬਚਿਆ ਮਹਾਰਾਜ ਕਹਿੰਦੇ ਗਊਆਂ ਨੂੰ ਖਵਾ ਦਿਓ, ਕੱਲ ਨੂੰ ਪਰਮੇਸ਼ਰ ਆਪਣੇ ਆਪ ਹੋਰ ਦੇਵੇਗਾ। ਪਸ਼ੂ ਅਗਾਏ ਸੇਕ ਪੁਨ ਰਹਿ ਜੋ, ਸਰਬ ਵਿਪਾਸਾ ਮਹਿ ਦੇ ਪਾਏ। ਮਹਾਰਾਜ ਜੀ ਕਹਿੰਦੇ ਨੇ ਹੋਰ ਜਿੰਨਾ ਵੀ ਬਚ ਜਾਂਦਾ ਹੈ ਪਸ਼ੂਆਂ ਨੂੰ ਖਵਾਉਂਦੇ ਨੇ। ਜੇ ਫਿਰ ਵੀ ਬਚ ਜਾਂਦਾ ਹੈ, ਵਿਪਾਸਾ ਦੇ ਵਿਆਸ ਦਰਿਆ ਦੇ ਵਿੱਚ ਰੋੜ ਦਿੰਦੇ ਹਨ। ਨਿਸ ਮਹਿ ਸੇਕ ਰਹਿਣ ਨਹਿ ਪਾਵੈ, ਅੰਨ ਦਰਬ ਜੇਤਕ ਚੱਲ ਆਏ। ਜਿੰਨਾ ਵੀ ਧਨ ਦੌਲਤ ਚੱਲ ਕੇ ਆਉਂਦਾ ਹੈ, ਰਾਤ ਨੂੰ ਨਹੀਂ ਰੱਖਦੇ, ਸਾਰਾ ਹੀ ਵੰਡ ਦਿੰਦੇ ਹਨ। ਸਭ ਕੋ ਦੇਹ ਅੰਨ ਦਤ ਲੇਵੈ, ਦੇਗ ਵਿਖੈ ਤ੍ਰਿਪਤ ਤਹਿ ਖਾਏ। ਮਹਾਰਾਜ ਸਾਰਿਆਂ ਨੂੰ ਦੇ ਕੇ ਆਨੰਦਿਤ ਹੋ ਜਾਂਦੇ ਨੇ। ਲੰਗਰ ਚੱਲਦਾ ਹੈ, ਸਾਰੀ ਸੰਗਤ ਖੁਸ਼ ਹੁੰਦੀ ਹੈ। ਸਾਧ ਸੰਗਤ, ਜਦੋਂ ਤਾਈਂ ਮਨੁੱਖ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਨਹੀਂ ਬਣਿਆ ਮੈਨੂੰ ਰੋਟੀ ਦੇਣ ਵਾਲਾ ਪਰਮਾਤਮਾ, ਉਦੋਂ ਤਾਈਂ ਉਹਦੀ ਪ੍ਰੋਬਲਮ, ਉਹਦੀਆਂ ਮੁਸ਼ਕਿਲਾਂ ਬਣੀਆਂ ਰਹਿੰਦੀਆਂ ਨੇ, ਨਹੀਂ ਖਤਮ ਹੁੰਦੀਆਂ। ਕਿਉਂਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਟੈਨਸ਼ਨ ਰਿਜ਼ਕ ਦੀ ਹੈ। ਆਪ ਨੇ ਉਹਨੇ ਕਮਾਇਆ, ਰੋਟੀ ਖਾਧੀ ਹੈ, ਉਹਨੂੰ ਮਿਲ ਗਈ ਹੈ। ਹੁਣ ਉਹਨੂੰ ਇਹ ਲੱਗਦਾ ਪਤਾ ਨਹੀਂ ਮੇਰੇ ਪੁੱਤਰ ਨੂੰ ਮਿਲਣੀ ਹੈ ਕਿ ਨਹੀਂ, ਉਹਨੂੰ ਨੌਕਰੀ ਮਿਲੇਗੀ ਕਿ ਨਹੀਂ, ਉਹਦਾ ਕੰਮ ਚੱਲੇਗਾ ਕਿ ਨਹੀਂ ਚੱਲੇਗਾ, ਇਹ ਉਹਨੂੰ ਪਰੇਸ਼ਾਨੀ ਹੈ। ਪੁੱਤਰ ਦਾ ਚੱਲ ਗਿਆ, ਹੁਣ ਪੋਤਰੇ ਦੀ ਟੈਨਸ਼ਨ ਹੈ। ਮਹਾਰਾਜ ਬਾਣੀ 'ਚ ਕਹਿੰਦੇ ਨੇ ਇੱਕ ਗੱਲ ਯਾਦ ਰੱਖੀ, ਜਿਵੇਂ ਤੈਨੂੰ ਰੱਬ ਨੇ ਰਿਜ਼ਕ ਦਿੱਤਾ ਉਹਨੂੰ ਵੀ ਦੇਣਾ ਹੈ, ਇਹਦੀ ਚਿੰਤਾ ਤੂੰ ਨਾ ਕਰ। ਬਾਣੀ 'ਚ ਕਿਹਾ ਹੈ ਮਹਾਰਾਜ, ਕਹਿੰਦੇ ਅਸਲ ਦੇ ਵਿੱਚ ਤੂੰ ਤੇ ਆਪਣੇ ਮਨ ਨੂੰ ਬਿਲਕੁਲ ਫਰੀ ਰੱਖ। ਹੁਣ ਜੇ ਮਨੁੱਖ ਰਾਤ ਨੂੰ ਸੌਣ ਲੱਗੇ ਨਾ, ਲੰਮਾ ਪਿਆ ਹੋਏ, ਮਨੁੱਖ ਜਦੋਂ ਪੈਂਦਾ ਹੈ ਸੌਣ ਲੱਗਦਾ ਹੈ, ਜੇ ਕਿਤੇ ਮਨ ਵਿੱਚ ਇਹ ਸੋਚ ਲੈ ਨਾ ਮੈਨੂੰ ਹੁਣ ਕੋਈ ਚਿੰਤਾ ਨਹੀਂ, ਐਵੇਂ ਕਹੀ ਜਾਏ ਸਭ ਕੁਝ ਰੱਬ ਕਰ ਰਿਹਾ ਹੈ, ਪਰ ਆਪਣੇ ਮਨ ਨੂੰ ਢਿੱਲਾ ਛੱਡ ਦੇਵੇ, ਐਵੇਂ ਸੋਏ 5 ਮਿੰਟਾਂ 'ਚ ਉਹਨੂੰ ਲੱਗੇਗਾ ਕਿਤੇ ਦੂਜੀ ਦੁਨੀਆ 'ਚ ਪਹੁੰਚ ਗਿਆ। ਬਿਲਕੁਲ, ਕਿਉਂ? ਦਿਮਾਗ ਕੱਸਿਆ ਰਹਿੰਦਾ ਹੈ ਸਾਰਾ ਦਿਨ, ਐਵੇਂ ਕੱਸਿਆ ਜਾ ਰਹਿੰਦਾ ਹੈ।
ਕਿਤੇ ਮਨੁੱਖ ਕ੍ਰੋਧ ਵਿੱਚ ਆ ਜਾਂਦਾ ਹੈ, ਕਿਤੇ ਤ੍ਰਿਸ਼ਨਾ ਵਿੱਚ ਕੱਸ ਲੈਂਦਾ ਹੈ, ਕਦੇ 5 ਮਿੰਟ ਅੱਖਾਂ ਬੰਦ ਕਰਕੇ ਇਹਨੂੰ ਢਿੱਲਾ ਛੱਡ ਦੇਵੇ ਮਨਾ। ਮਹਾਰਾਜ ਕਹਿੰਦੇ ਨੇ ਬਾਣੀ 'ਚ, ਨਾਨਕ ਚਿੰਤਾ ਮਤ ਕਰੋ। ਕਿੱਡੀ ਮਹਾਰਾਜ ਨੇ ਕਿੰਡੀ ਡੂੰਘਾਈ ਨਾਲ ਇਹ ਗੱਲ ਕਹੀ ਹੋਏਗੀ। ਹੁਣ ਸਮਝਣ ਵਾਲਾ ਸਮਝੇ ਨਾ ਸਮਝੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਉਸ ਨੂੰ ਹੈ ਜਿਨੇ ਇਹ ਜਗਤ ਬਣਾਇਆ ਹੈ। ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ ਤਿਨਾ ਪਿਰੋਜੀ ਦੇ। ਜਲ ਦੇ ਵਿੱਚ ਅਸੀਂ ਵੇਖਦੇ ਹਾਂ, ਸਮੁੰਦਰ ਦੇ ਵਿੱਚ 42 ਲੱਖ ਜੀਵ ਨੇ। ਉੱਥੇ ਕੋਈ ਮੰਡੀ ਨਹੀਂ ਹੈ, ਕੋਈ ਸਬਜ਼ੀ ਮੰਡੀ ਨਹੀਂ ਹੈ, ਕੋਈ ਅਨਾਜ ਦੀ ਮੰਡੀ ਨਹੀਂ ਹੈ। ਉੱਥੇ ਕੋਈ ਵੀ ਦੁਕਾਨਾਂ ਨਹੀਂ ਨੇ, ਕੋਈ ਸ਼ੋਪਿੰਗ ਮਾਲ ਨਹੀਂ ਨੇ, ਕੋਈ ਕੱਪੜਿਆਂ ਦੀ ਦੁਕਾਨ ਨਹੀਂ ਹੈ। ਪਰ 42 ਲੱਖ ਜੀ ਆਨੰਦ ਮਾਣਦੇ ਨੇ, ਉੱਥੇ ਚੱਲ ਰਿਹਾ। ਬਾਣੀ ਕਹਿੰਦੀ ਹੁਣ ਉਹ 42 ਲੱਖ ਜੀ ਜਲ ਵਾਲੇ ਤੇ ਖੁਸ਼ ਨੇ। ਉਹਨਾਂ ਨੂੰ ਪਤਾ ਹੈ ਆਪਾਂ ਅੱਗੇ ਅੱਗੇ ਰੋਟੀ ਆਪਣੇ ਆਪ ਆਈ ਜਾਣੀ ਹੈ, ਰੱਬ ਵਿਧਾਂ ਬਣਾਈ ਜਾਂਦਾ ਹੈ। ਹੁਣ ਜਿਹੜੇ 42 ਲੱਖ ਧਰਤੀ ਤੇ ਨੇ, ਉਹਨਾਂ ਵਿੱਚੋਂ ਇੱਕ ਜੋਨੀ ਐਸੀ ਹੈ ਜਿਹੜੀ ਪਰੇਸ਼ਾਨ ਹੈ। ਉਹਨਾਂ ਵਿੱਚੋਂ ਆਪਾਂ ਐਵੇਂ ਕਹਿ ਸਕਦੇ ਹਾਂ 41 ਲੱਖ 999 ਖੁਸ਼ ਨੇ। ਪੰਛੀ ਸਵੇਰੇ ਉੱਠਦੇ ਨੇ, ਗੀਤ ਗਾਉਂਦੇ ਨੇ, ਆਨੰਦ ਮਾਣਦੇ ਨੇ, ਰਾਤ ਨੂੰ ਵੀ ਆਨੰਦ ਮਾਣਦੇ ਨੇ। ਪਰ ਉਹਨਾਂ ਵਿੱਚੋਂ ਇੱਕ ਮਨੁੱਖ ਐਸਾ ਹੈ ਜਿਹੜਾ ਪਰੇਸ਼ਾਨ ਹੈ। ਮੈਂ ਇਵੇਂ ਕਹਿ ਦਿਆਂ ਇੱਕ ਮਨੁੱਖ ਹੀ ਐਸਾ ਹੈ ਜਿਹਨੂੰ ਰੱਬ ਤੇ ਵਿਸ਼ਵਾਸ ਨਹੀਂ ਹੈ, ਬਾਕੀ ਸਾਰਿਆਂ ਨੂੰ ਹੀ ਹੈ। 41 ਲੱਖ 999 ਜੀਵ ਰੱਬ ਦੇ ਗੀਤ ਗਾਉਂਦੇ ਨੇ। ਅਸੀਂ ਵੇਖਦੇ ਹਾਂ ਸਵੇਰੇ ਪੰਛੀ ਉੱਡਦੇ ਨੇ ਕਿਤੇ ਨਾ ਕਿਤੇ। ਕਈ ਵਾਰੀ ਮਨੁੱਖ ਜਾਂਦਾ ਹੁੰਦਾ, ਵੇਖੋ ਰੱਬ ਕਿਵੇਂ ਦਿੰਦਾ ਹੈ। ਕਈ ਵਾਰੀ ਜਾ ਰਿਹਾ ਉਹਦੇ ਹੱਥੋਂ ਲਿਫਾਫਾ ਟੁੱਟਦਾ ਹੈ, ਕਈ ਵਾਰੀ ਉੱਥੇ ਛੋਲੇ ਡਿੱਗ ਜਾਂਦੇ ਨੇ, ਕਈ ਵਾਰੀ ਦਾਲਾਂ ਡਿੱਗ ਜਾਂਦੀਆਂ ਨੇ, ਪੰਛੀ ਉੱਤੋਂ ਆਉਂਦੇ ਨੇ। ਮਨੁੱਖ ਪਛਤਾਉਂਦਾ ਹੈ ਮੇਰੇ ਹੱਥੋਂ ਡਿੱਗ ਕਿਉਂ ਗਿਆ। ਪਰ ਉਹਨੂੰ ਇਹ ਨਹੀਂ ਪਤਾ ਤੂੰ ਇੱਥੋਂ ਜਾਏਗਾ, ਕੋਈ ਛੱਡ ਜਾਏਗਾ, ਰੱਬ ਨੇ ਕਿਸੇ ਪੰਛੀ ਨੂੰ ਵੀ ਤੇ ਦੇਣਾ ਤੇ ਸਾਡੇ ਵਿੱਚ ਦੀ ਹੈ। ਕਈ ਵਾਰੀ ਰੱਬ ਨੇ ਸਾਡੇ ਤੋਂ ਲੈਣਾ ਹੁੰਦਾ ਹੈ, ਕਿਸੇ ਨੂੰ ਦੇਣਾ ਹੁੰਦਾ ਹੈ, ਕਿਸੇ ਤੋਂ ਲੈਣਾ ਹੁੰਦਾ ਹੈ, ਕਿਸੇ ਨੂੰ। ਐਵੇਂ ਤੇ ਚੱਲਦਾ ਹੈ ਦੁਨੀਆ। ਪਰ ਮਨੁੱਖ ਜੱਫਾ ਮਾਰ ਲੈਂਦਾ ਹੈ, ਕਹਿੰਦਾ ਜੋ ਮੇਰੇ ਕੋਲ ਆ ਗਿਆ ਇਹ ਮੇਰਾ, ਇਹ ਜਾਏ ਨਾ। ਬਾਣੀ ਕਹਿੰਦੇ ਨਹੀਂ, ਜਿਵੇਂ ਦਰਿਆਵਾਂ ਦੇ ਜਲ ਨਹੀਂ ਠਹਿਰਦੇ, ਮਾਇਆ ਇੱਕ ਥਾਂ ਨਹੀਂ ਠਹਿਰਦੀ, ਪੈਸਾ ਇੱਕ ਥਾਂ ਨਹੀਂ ਠਹਿਰਦਾ। ਇਹਦਾ ਸੁਭਾਅ ਹੈ, ਇਹ ਚੱਲਦਾ ਰਹਿੰਦਾ ਹੈ। ਕਦੀ ਆ ਜਾਂਦਾ ਹੈ, ਕਦੀ ਚਲਾ ਜਾਂਦਾ ਹੈ, ਕਦੀ ਆਉਂਦਾ। ਜਿਵੇਂ ਦਰਖਤਾਂ ਦੇ ਉੱਤੇ ਪੱਤੇ ਆਉਂਦੇ ਨੇ, ਆ ਜਾਂਦੇ ਨੇ, ਚਲੇ ਜਾਂਦੇ ਨੇ। 1 ਸਾਲ ਬਾਅਦ ਨਵੇਂ ਪੱਤੇ ਆ ਜਾਂਦੇ ਨੇ, ਪੁਰਾਣੇ ਡਿੱਗ ਜਾਂਦੇ ਨੇ। ਐਵੇਂ ਮਨੁੱਖ ਵੀ ਹੈ। ਪਰ ਮਨੁੱਖ ਦੇ ਕੋਲ ਜਦੋਂ ਤੇ ਕੁਛ ਆਏ ਉਦੋਂ ਤੇ ਖੁਸ਼ ਹੁੰਦਾ ਹੈ। ਜੇ ਇਹਦੇ ਕੋਲ ਸੂਈ ਵੀ ਚਲੀ ਜਾਏ ਉਹਦੇ ਵਾਸਤੇ ਪਰੇਸ਼ਾਨ। ਹੁਣ ਮਹਾਰਾਜ ਇੱਥੇ ਕਹਿੰਦੇ ਨੇ, ਕਹਿੰਦੇ ਰਾਤ ਨੂੰ ਮਹਾਰਾਜ ਸਾਰਾ ਲੰਗਰ ਹੀ ਕਹਿੰਦੇ ਨੇ ਸੁੱਟ ਦਿਓ। ਈਵਨ ਪਾਣੀ ਵੀ ਜਿਹੜਾ ਹੈ ਉਹਨੂੰ ਵੀ ਮੁੱਦਾ ਮਾਰ ਦਿੰਦੇ ਨੇ। ਸਵੇਰੇ ਰੱਬ ਆਪਣੇ ਆਪ ਹੀ ਪਹੁੰਚਾ ਦੇਵੇਗਾ। ਤਤ ਕਾਲ ਪੁਰ ਬਸਿਓ ਰੁਚਰਸੋ, ਸ੍ਰੀ ਸਤਿਗੁਰ ਚਹਿ ਆਪ ਵਸਾਏ। ਬੜੀ ਛੇਤੀ ਦੇ ਨਾਲ ਲੋਕਾਂ ਨੇ ਸੋਹਣੇ ਸੋਹਣੇ ਘਰ ਬਣਾ ਲਏ ਨੇ। ਬੜੇ ਤਰੀਕੇ ਦੇ ਨਾਲ ਲੋਕ ਗੋਇੰਦਵਾਲ ਸਾਹਿਬ ਦੇ ਵਿੱਚ ਵਸ ਰਹੇ ਹਨ। ਜੋ ਧਰ ਆਏ ਕਾਮਨਾ ਮਨ ਮਹਿ, ਦਰਸ਼ਨ ਪਰਸਤ ਸੋ ਨਰ ਪਾਏ। ਕੋਈ ਵੀ ਮਨੁੱਖ ਮਨ ਦੇ ਵਿੱਚ ਕਾਮਨਾ ਧਰ ਕੇ ਆਉਂਦਾ, ਇੱਛਾ ਧਰ ਕੇ ਆਉਂਦਾ। ਕਿਉਂਕਿ ਗੁਰਬਾਣੀ ਕਹਿੰਦੀ ਹੈ ਜਿਤੜੇ ਫਲ ਮਨ ਬਾਂਛੀਐ, ਤਿਤੜੇ ਸਤਿਗੁਰ ਪਾਸ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਝ ਹੈ। ਐਸਾ ਕੋਈ ਚੀਜ਼ ਨਹੀਂ ਜੋ ਰੱਬ ਦੇ ਅੰਡਰ ਵਿੱਚ ਨਹੀਂ ਹੈ। ਬਾਣੀ ਇਹ ਕਹਿੰਦੀ ਜੋ ਕੁਝ ਵੀ ਤੂੰ ਮਨ ਵਿੱਚ ਸਮਝ ਕੇ ਆਇਆ ਉਹ ਗੁਰੂ ਕੋਲ ਹੈ। ਉਹ ਵੱਖਰੀ ਗੱਲ ਹੈ ਤੇਰੀ ਅਰਦਾਸ ਉਦੋਂ ਤਾਈਂ ਪਹੁੰਚ ਰਹੀ ਹੈ ਕਿ ਨਹੀਂ, ਤੇਰਾ ਮੇਲ ਮਿਲਾਪ ਉਹਦੇ ਨਾਲ ਕਿੰਨਾ ਹੈ। ਕਿਉਂਕਿ ਜਿਹਦੇ ਨਾਲ ਜਿੰਨਾ ਜ਼ਿਆਦਾ ਬੋਲ ਚਾਲ ਹੋਏ, ਮੇਲ ਮਿਲਾਪ ਹੋਏ, ਉੱਡੀ ਉਹ ਗੱਲ ਸਾਡੀ ਮੰਨ ਲੈਂਦਾ। ਕਿਸੇ ਰਿਸ਼ਤੇਦਾਰ ਨੂੰ 5 ਸਾਲ ਤੇ ਕਦੀ ਯਾਦ ਹੀ ਨਹੀਂ ਕੀਤਾ। ਜਦੋਂ ਕੋਈ ਮੁਸ਼ਕਲ ਆ ਜਾਏ ਜਾ ਕੇ ਉਹਦੇ ਕੋਲ ਖਲੋ ਜਾਈਏ, ਇਹ ਚੰਗਾ ਬੰਦਾ ਹੈ, ਅੱਜ ਤਾਈਂ ਤੇ ਕਦੀ ਫੋਨ ਵੀ ਨਹੀਂ ਕੀਤਾ। ਇਹਨੂੰ ਬਾਣੀ ਕਹਿੰਦੀ ਕਾਮ ਪਰੇ ਹਰ ਸਿਮਰੀ ਹੈ। ਜਦੋਂ ਕੰਮ ਪੈਂਦਾ ਹੈ ਮਨੁੱਖ ਰੱਬ ਅੱਗੇ ਹੱਥ ਜੋੜਦਾ ਹੈ। ਰੱਬ ਉਹ ਕਹਿੰਦਾ 5 ਸਾਲ ਪਹਿਲਾਂ ਤੂੰ ਕਿੱਥੇ ਸੀ। ਪਰ ਮੈਂ ਕਹਿੰਦਾ ਮਨੁੱਖ ਤੇ ਨਹੀਂ ਬਣਦੇ, ਰੱਬ ਫਿਰ ਵੀ ਦਿਆਲੂ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, 5 ਸਾਲ ਨਹੀਂ ਆਇਆ, ਹੁਣ ਆ ਗਿਆ, ਹੁਣ ਹੀ ਸਹੀ। ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਰੱਬ ਦਾ ਸੁਭਾਅ ਹੈ। ਕੋਈ 5 ਸਾਲ ਵੀ ਨਾ ਆਏ, 10 ਸਾਲ ਵੀ ਨਾ ਆਏ, ਇੱਕ ਵਾਰੀ ਆ ਕੇ ਕਹਿੰਦਾ ਰੱਬਾ
ਗਲਤੀ ਹੋ ਗਈ, ਹੁਣ ਤੇ ਬਖਸ਼ ਲੈ। ਉਹ ਕਹਿੰਦਾ ਉਹਦਾ ਸੁਭਾਅ ਹੀ ਐਸਾ ਹੈ, ਉਹ ਨਾਲ ਨਾਲ ਦਿਆਲੂ ਹੋ ਜਾਂਦਾ, ਚੱਲ ਆ ਵੀ ਚੀਜ਼ ਤੂੰ ਮੇਰੇ ਘਰੋਂ ਲੈ ਜਾ। ਰੱਬ ਦਾ ਸੁਭਾਅ ਦਿਆਲੂ ਹੈ। ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੋ ਵੀ ਕਾਮਨਾ ਕਰਕੇ ਗੁਰੂ ਅਮਰਦਾਸ ਜੀ ਦੇ ਕੋਲ ਆਉਂਦਾ ਹੈ, ਮਹਾਰਾਜ ਉਹਦੀਆਂ ਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਉਤ ਸਾਵਣ ਕੀ ਕਥਾ ਪੁਛਕ ਹੈ, ਸਰੋਤਾ ਸੁਣੋ ਸੋ ਜਸ ਗੁਰ ਕੇਰ। ਪਰ ਦੂਜੀ ਸਾਈਡ ਦੇ ਵਿੱਚ ਭਾਈ ਸਾਵਣਮਲ ਹਜੇ ਉੱਥੇ ਹੀ ਹੈ, ਰਾਜੇ ਦੇ ਕੋਲ ਹੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਥੋੜੀ ਜੀ ਕਥਾ ਉਹਦੀ ਵੀ ਰਹਿੰਦੀ ਹੈ ਵੀ ਉਹਦੇ ਨਾਲ ਉੱਥੇ ਕੀ ਵਾਪਰਦਾ ਹੈ। ਸਾਦਰ ਬਾਸ ਹਰੀਪੁਰ ਕੀਨਸ, ਮਨਤਾ ਜਿਸ ਕੀ ਹੋਤ ਵਡੇਰ। ਬੜੇ ਆਦਰ ਦੇ ਨਾਲ ਉੱਥੇ ਉਹਦਾ ਨਿਵਾਸ ਹੈ। ਲੋਕੀ ਉਸ ਦੀ ਬੜੀ ਗੱਲ ਮੰਨਦੇ ਨੇ, ਬੜੇ ਤਰੀਕਿਆਂ ਦੇ ਨਾਲ ਉਹਦੀ ਪੂਜਾ ਹੋ ਰਹੀ ਹੈ। ਜਬ ਰਾਜਾ ਤੇ ਚਰਨ ਪਖਾਰੇ, ਅਰਪਣ ਕੀ ਗਿਣਤੀ ਕਿਆ ਹੇਰ। ਜਦੋਂ ਰਾਜਾ ਹੀ ਭਾਈ ਸਾਵਣਮਲ ਦੇ ਪੈਰ ਧੋ ਰਿਹਾ ਹੈ, ਉਹ ਕਹਿੰਦੇ ਨੇ ਦੂਜਿਆਂ ਦੀ ਤੇ ਗਿਣਤੀ ਕਿੰਨੀ ਹੈ ਜਿਹੜੇ ਉਹਨਾਂ ਦੇ ਅੱਗੇ ਆ ਕੇ ਮੱਥਾ ਟੇਕਦੇ ਹਨ। ਬੰਦਨ ਕਰਹਿ ਬ੍ਰਿਧ ਨਰ ਮਿਲ ਮਿਲ, ਕਰ ਜੋਰੈ ਕਰ ਭਾਉ ਕਨੇਰ। ਬੜੇ ਲੋਕ ਆ ਕੇ ਸਲਾਮਾਂ ਕਰਦੇ ਨੇ, ਮੱਥਾ ਟੇਕਦੇ ਨੇ, ਬੰਧਨ ਕਰਦੇ ਨੇ ਭਾਈ ਜੀ ਦੇ ਸਾਹਮਣੇ। ਕਹਿੰਦੇ ਬੜੀਆਂ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ। ਇੱਥੋਂ ਤਾਈਂ ਦੀ ਜਿਹੜੀ ਕਥਾ ਆਪਾਂ ਸੁਣਾਂਗੇ, ਕਿਉਂਕਿ ਹੁਣ ਭਾਈ ਸਾਵਣਮਲ ਆਦਰ ਸਤਿਕਾਰ ਬੜਾ ਹੋ ਰਿਹਾ, ਹੁਣ ਆਉਣ ਨੂੰ ਦਿਲ ਨਹੀਂ ਕਰਦਾ। ਵੀ ਦਿਲ ਕਰਦਾ ਜੇ ਉਧਰੋਂ ਆ ਗਿਆ ਤੇ ਗੁਰੂ ਨੇ ਰਮਾਲ ਖੋਹ ਲੈਣਾ, ਮੈਂ ਫਿਰ ਛੋਟਾ। ਹੁਣ ਵੇਖਦੇ ਹਾਂ ਕੱਲ ਦੀ ਕਥਾ ਦੇ ਵਿੱਚ ਉਹਨਾਂ ਦੇ ਮਨ ਵਿੱਚ ਕੀ ਆਉਂਦਾ ਹੈ, ਕਿਵੇਂ ਗੁਰੂ ਜੀ ਫਿਰ ਜਦੋਂ ਹੰਕਾਰ ਆਉਂਦਾ ਹੈ ਰੱਬ ਸਾਰਾ ਕੁਝ ਖੋਹ ਵੀ ਲੈਂਦਾ ਹੈ। ਹੁਣ ਜਦੋਂ ਗੁਰੂ ਦੇ ਨਾਲ ਚਲਾਕੀ ਉਹ ਕਰਨਗੇ, ਗੁਰੂ ਕਿਸ ਤਰੀਕੇ ਦੇ ਨਾਲ ਉਹਨਾਂ ਤੋਂ ਸ਼ਕਤੀ ਲੈ ਲੈਂਦੇ ਨੇ, ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਇਹ ਕਥਾ ਸ਼ਰਵਣ ਕਰਾਂਗੇ। ਕੱਲ ਨੂੰ ਠੀਕ 5:30 ਵਜੇ ਕਥਾ ਆਰੰਭ ਹੋਏਗੀ। ਕਈ ਕਾਰਨਾਂ ਕਰਕੇ ਬਾਹਰ ਜਾਣਾ ਪਿਆ, ਇਸ ਕਰਕੇ 10 ਮਿੰਟ ਆਪਾਂ ਲੇਟ ਕਥਾ ਆਰੰਭ ਕੀਤੀ। ਕੱਲ ਨੂੰ 5:30 ਵਜੇ ਤੋਂ ਹੀ ਕਥਾ ਆਰੰਭ ਹੋਏ ਕਰੇਗੀ। ਗੁਰੂ ਜੀ ਕਿਰਪਾ ਕਰਨ, ਆਪ ਜੀ ਜਿੰਨੇ ਵੀ ਇਸ ਪਾਵਨ ਸਤ ਸੰਗਤ ਦੇ ਵਿੱਚ ਚੱਲ ਕੇ ਆਉਂਦੇ ਹੋ, ਗੁਰੂ ਜੀ ਕਿਰਪਾ ਕਰਨ, ਸਭਨਾਂ ਦੀਆਂ ਮਨੋਕਾਮਨਾਵਾਂ ਸਭਨਾਂ ਨੂੰ ਦੇ ਅਰੋਗਤਾ ਦੀ ਦਾਤ ਬਖਸ਼ਣ। ਆਪ ਜੀ ਇਸੇ ਤਰੀਕੇ ਨਾਲ ਗੁਰੂ ਘਰ ਆ ਕੇ ਪਰਮਾਤਮਾ ਦੀ ਗੁਰੂ ਦੀ ਜਿਹੜੀ ਰਸਦਾਇਕ ਕਥਾ ਹੈ, ਜਿਸ ਦੇ ਨਾਲ ਮਨੁੱਖ ਦਾ ਮਨ ਬਦਲਦਾ ਹੈ। ਬਾਣੀ ਕਹਿੰਦੀ ਹੈ ਸਭ ਤੇ ਉੱਤਮ ਹਰ ਕੀ ਕਥਾ। ਗੁਰੂ ਦੀ ਗੱਲ ਸੁਣਨੀ, ਗੁਰੂ ਦੇ ਬਚਨ ਸੁਣਨੇ, ਇਹ ਸਭ ਤੋਂ ਉੱਤਮ ਹੈ। ਮਹਾਰਾਜ ਕੇ ਨਾਮ ਸੁਨਤ ਦਰਦ ਦੁੱਖ ਲੱਥਾ। ਕਿਉਂ ਇੱਥੋਂ ਆ ਕੇ ਮਨੁੱਖ ਨੂੰ ਕੋਈ ਨਾ ਕੋਈ ਤਰੀਕਾ ਮਿਲ ਜਾਂਦਾ ਹੈ, ਉਹਨੂੰ ਅਪਣਾ ਲੈਂਦਾ ਹੈ, ਦਰਦ ਦੁੱਖ ਉਹਦੇ ਲੈ ਜਾਂਦੇ ਨੇ। ਸੋ ਆਪ ਜੀ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਦੱਸੇ ਹੋਏ ਬਚਨਾਂ ਨੂੰ ਜ਼ਿੰਦਗੀ ਵਿੱਚ ਉਤਾਰੋ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।